बहुत ही ਮਾਨਯੋਗ ਰਾਜਵਿੰਦਰ ਇਕਨੋਮਿਕਸ ਲੈਕਚਰਰ ਸਿੱਖਿਆ ਸ਼ਾਸਤਰੀ ਐਜੂਕੇਸ਼ਨਿਸਟ ਅੱਜ ਫਿਰ ਅਸੀਂ ਰੀਅਲ ਇਨਫੋ ਦੇ ਸਟੂਡੀਓ 'ਚ ਹਾਜ਼ਰ ਹੈਗੇ ਹਾਂ। ਧੰਨਵਾਦ ਇਹਨਾਂ ਦਾ ਵੀ ਰੀਅਲ ਇਨਫੋ ਵਾਲਿਆਂ ਦਾ। ਤੇ ਸਰ ਅੱਜ ਆਪਾਂ ਸ਼ੁਰੂ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਲਰਨਿੰਗ ਸਟਾਈਲਸ ਤੋਂ ਕੀ ਭਾਵ ਹੈਗਾ ਆ, ਇਹਦੀ ਕਿਉਂ ਲੋੜ ਮਹਿਸੂਸ ਹੁੰਦੀ ਆ ਤੇ ਇਹ ਕਿਉਂ ਸਾਡੇ ਵਾਸਤੇ ਜ਼ਰੂਰੀ ਆ। ਆਪਾਂ ਨਾ ਅੱਜ ਤੋਂ ਪਹਿਲਾਂ ਟੀਚਿੰਗ ਮੈਥਡ ਪੜ੍ਹਾਉਂਦੇ ਆਏ ਹੈਗੇ ਤੇ ਅੱਜ ਜਦੋਂ ਸਾਡੇ ਸਾਹਮਣੇ ਟੌਪਿਕ ਆਇਆ ਲਰਨਿੰਗ ਸਟਾਈਲਸ ਤੇ ਮੈਨੂੰ ਬੜਾ ਹੀ ਇਹਦੇ ਵਿੱਚ ਚੇਤਨਾ ਆਈ ਕਿ ਇਹਦੇ ਬਾਰੇ ਜਦੋਂ ਆਪਾਂ ਗੱਲ ਕਰਾਂਗੇ ਤੇ ਤੁਹਾਡੇ ਤੋਂ ਕੀ ਰਾਏ ਤੇ ਕੀ ਮਸ਼ਵਰੇ ਹੋਣਗੇ। ਤੇ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਲਰਨਿੰਗ ਸਟਾਈਲਸ। ਬਿਲਕੁਲ, ਸਤਿ ਸ਼੍ਰੀ ਅਕਾਲ ਅਮਰਿਤਪਾਲ ਜੀ ਤੇ ਸਾਰੇ ਵਿਊਅਰ ਨੂੰ ਵੀ ਜੀ। ਇਹ ਵਾਕਈ ਬੜਾ ਇੰਪੋਰਟੈਂਟ ਟੌਪਿਕ ਹੈ ਜੀ, ਲਰਨਿੰਗ ਸਟਾਈਲ। ਅਸੀਂ ਜਾਣਦੇ ਨੂੰ ਟੂ ਇੰਡੀਵਿਜੂਅਲ ਆਰ ਸੇਮ, ਹਰ ਇੱਕ ਦੀ ਆਪਣੀ ਸਿੱਖਣ ਸਿਖਾਉਣ ਦੀ ਜਿਹੜੀ ਸਮਰੱਥਾ ਹੈ, ਪੜ੍ਹਨ ਪੜ੍ਹਾਉਣ ਦੀ ਸਮਰੱਥਾ ਜਿਹੜੀ ਹੈ ਉਹ ਡਿਫਰੈਂਟ ਹੈ। ਹਰ ਇੱਕ ਬੰਦਾ ਅਲੱਗ ਸਟਾਈਲ ਦੇ ਨਾਲ ਆਪਣੇ ਉਸ ਚੀਜ਼ ਨੂੰ ਸਿੱਖਦਾ ਹੈ, ਉਹਨੂੰ ਗ੍ਰੈਸਪ ਕਰਦਾ ਹੈ। ਔਰ ਲਰਨਿੰਗ ਸਟਾਈਲ ਜਿਹੜੇ ਨੇ ਡਿਫਰੈਂਟ ਟਾਈਪ ਆਫ ਸਟਾਈਲ, ਜਿਵੇਂ ਅਸੀਂ ਕਹਿ ਦਿੱਤੇ हैं ਔਰਲ ਹੈ, ਆਡੀਟਰੀ ਹੈ, ਕਨਸਥੈਟਿਕ ਹੈ, ਵਿਜ਼ੂਅਲ ਹੈ, ਰੀਟਰਾਈਟ, ਜਾਂ ਇਹਨੂੰ ਜਿਹੜੇ ਸਿੰਪਲ ਵਰਡ ਦੇ ਨਾਲ ਕਹੀਏ, ਕਈ ਬੰਦੇ ਸਿਰਫ ਦੇਖ ਕੇ ਸਮਝ ਜਾਂਦੇ ਨੇ, ਉਹਨਾਂ ਦੀ ਵਿਜ਼ੂਅਲ ਜਿਹੜੀ ਅੰਡਰਸਟੈਂਡਿੰਗ ਬਹੁਤ ਜ਼ਿਆਦਾ ਹੈ। ਕਈ ਸੁਣ ਕੇ ਜ਼ਿਆਦਾ ਅੰਡਰਸਟੈਂਡ ਕਰਦੇ ਨੇ, ਕਈ ਜਿਹੜੇ ਨੋਟਸ ਬਣਾ ਕੇ ਕਰਦੇ ਨੇ, ਕਈ ਉਹਨੂੰ ਜਿਹੜਾ ਹੈ ਪ੍ਰੈਕਟੀਕਲੀ ਹੱਥ ਨਾਲ ਕੰਮ ਕਰਕੇ ਕਰਦੇ ਨੇ। ਹਰ ਇੱਕ ਦੀ ਇੰਡੀਵਿਜੂਅਲ ਦੀ ਡਿਫਰੈਂਟ ਵੇ ਹੈ। ਔਰ ਅਸੀਂ ਅੱਜ ਜਿਹੜਾ ਟੌਪਿਕ ਹੈ ਇਹਦੇ ਤੇ ਡਿਸਕਸ ਕਰਾਂਗੇ ਵੀ ਕਿਸ ਤਰੀਕੇ ਦੇ ਨਾਲ ਕਿਹੜਾ ਜਿਹੜਾ ਮੈਥਡ ਹੈ ਕਿਸ ਤਰੀਕੇ ਅਡਾਪਟ ਕੀਤਾ ਜਾਏ ਕਿ ਸਾਡਾ ਜਿਹੜਾ ਸਟੂਡੈਂਟ ਹੈ ਉਹ ਈਜ਼ੀਲੀ ਆਪਣੇ ਟੌਪਿਕ ਨੂੰ ਸਮਝ ਸਕੇ ਔਰ ਅੱਛੇ ਰਿਜ਼ਲਟ ਲਿਆ ਸਕੇ। ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਹਰ ਕੋਈ ਵਿਅਕਤੀ ਅਲੱਗ ਹੈਗਾ ਆ ਤੇ ਆਪਾਂ ਜਦੋਂ ਕਰਦੇ ਹਾਂ ਨਾ ਕਿ ਟੀਚਿੰਗ ਮੈਥਡ, ਫਿਰ ਕਿਤੇ ਨਾ ਕਿਤੇ ਨਾ ਟੀਚਰ ਸੈਂਟਰਿਕ ਗੱਲ ਹੋ ਜਾਂਦੀ ਆ ਕਿ ਟੀਚਰ ਨੂੰ ਜਿਹੜਾ ਬੈਸਟ ਮੈਥਡ ਲੱਗਦਾ ਉਹ ਪੜ੍ਹਾ ਰਿਹਾ ਹੈਗਾ, ਉਹਨੂੰ ਲੱਗਦਾ ਕਿ ਵੀ ਮੈਂ 10 ਸਾਲ ਤੋਂ ਲੈਕਚਰ ਮੈਥਡ ਕਰ ਰਿਹਾ ਜੀ, ਬਹੁਤ ਵਧੀਆ ਹੈਗਾ। ਮਗਰ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜਾ ਸਾਹਮਣੇ ਬੱਚਾ ਬੈਠਾ ਹੈਗਾ ਆ ਉਹ ਤੁਹਾਡੇ ਬੈਸਟ ਮੈਥਡ ਨਾਲ ਨਹੀਂ, ਆਪਣੀ ਲਰਨਿੰਗ ਸਟਾਈਲ ਨਾਲ ਸਿੱਖਣ ਆਇਆ ਹੈਗਾ। ਤੇ ਜਿਸ ਤਰ੍ਹਾਂ ਮੈਂ ਇਹਦਾ ਐਗਜ਼ਾਮਪਲ ਲੈਣਾ ਹੁੰਦਾ ਕਿ ਜਦੋਂ ਆਪਾਂ ਰੈਸਟੋਰੈਂਟ ਜਾਂਦੇ ਹੈਗੇ ਆ ਤੇ ਕੀ ਸਾਨੂੰ ਸ਼ੈਫ ਕਹਿੰਦਾ ਹੈ ਕਿ ਇਹ ਮੈਂ ਬੈਸਟ ਬਣਾਉਣਾ ਤੇ ਖਾ ਲਓ, ਜਾਂ ਫਿਰ ਉਹ ਸਾਨੂੰ ਕਹਿੰਦਾ ਹੈ ਕਿ ਤੁਹਾਡੀ ਪਸੰਦ ਕੀ ਹੈਗੀ ਹੈ। ਉਹ ਸੇਮ ਗੱਲ ਮੈਂ ਇੱਥੇ ਕਈ ਵਾਰ ਸੋਚਦਾ ਹੁੰਦਾ ਕਿ ਕੀ ਅਸੀਂ ਬੱਚੇ ਦੀ ਪਸੰਦ ਪੁੱਛ ਰਹੇ ਹਾਂ। ਬੱਚੇ ਦੀ ਪਸੰਦ ਤੋਂ ਭਾਵੇਂ ਹੋਈ ਹੈ ਕਿ ਉਹ ਕਿਸ ਤਰ੍ਹਾਂ ਸਿੱਖਣਾ ਚਾਹੁੰਦਾ ਹੈਗਾ ਜਾਂ ਉਹਦੀ ਸਮਰੱਥਾ ਸਿੱਖਣ ਦੀ ਕਿਸ ਤਰ੍ਹਾਂ ਹੈਗੀ ਆ। ਤੇ ਇਸ ਟੌਪਿਕ ਨੂੰ ਹੀ ਆਪਾਂ ਹੁਣ ਅੱਗੇ ਵਧਾਉਣੇ ਹੈਗੇ ਆ ਕਿ ਹਰ ਇੱਕ ਬੰਦਾ ਜਿਹੜਾ ਹੈਗਾ, ਹਰ ਇੱਕ ਇੰਡੀਵਿਜੂਅਲ ਜਿਹੜਾ ਹੈਗਾ ਉਹ ਵੱਖਰਾ ਹੈਗਾ, ਉਹਦੀ ਕੈਪੈਸਿਟੀ ਜਿਹੜੀ ਸਿੱਖਣ ਦੀ ਹੈ, ਅਡਾਪਟ ਕਰਨ ਦੀ ਹੈਗੀ ਆ, ਵੱਖਰੀ ਹੈਗੀ ਆ। ਐਜ਼ ਏ ਟੀਚਰ ਫਿਰ ਕਿਤੇ ਨਾ ਕਿਤੇ ਸਾਨੂੰ ਉਸ ਚੀਜ਼ ਤੇ ਆਉਣਾ ਪੈਂਦਾ ਹੈਗਾ ਆ ਕਿ ਆਪਾਂ ਉਹ ਸਾਰੇ ਲਰਨਿੰਗ ਸਟਾਈਲਸ ਨੂੰ ਪਹਿਲਾਂ ਆਪਣੇ ਸੁਚੇਤ ਮਨ ਨਾਲ ਸਮਝਦੇ ਹੋਈਏ ਤੇ ਬਾਅਦ ਵਿੱਚ ਫਿਰ ਕਲਾਸਰੂਮ ਤੱਕ ਉਹਨੂੰ ਪਹੁੰਚਾਉਂਦੇ ਹੋਈਏ। ਅਗਰ ਆਪਾਂ ਉਹ ਨਹੀਂ ਪਹੁੰਚਾ ਪਾ ਰਹੇ ਤੇ ਕਿਤੇ ਨਾ ਕਿਤੇ ਸਾਨੂੰ ਕਮੀ ਨਜ਼ਰ ਆਊਗੀ। ਦੇਖੋ, ਬਿਲਕੁਲ ਠੀਕ ਗੱਲ ਕਹੀ ਹੈ। ਟੀਚਰ ਨੂੰ ਇਹ ਪਹਿਲੇ ਜੱਜ ਕਰਨਾ ਪੈਂਦਾ ਹੈ ਕਿ ਮੇਰੇ ਸਟੂਡੈਂਟ ਜਿਹੜੇ ਨੇ ਉਹ ਕਿਸ ਤਰੀਕੇ ਨੂੰ ਈਜ਼ੀਲੀ ਸਮਝ ਰਹੇ ਨੇ ਜੀ। ਕੀ ਉਹ ਸਿਰਫ ਮੈਂ ਬਲੈਕ ਬੋਰਡ ਤੇ ਸਵਾਲ ਕਰ ਰਿਹਾ ਉਹ ਸਮਝ ਰਹੇ ਨੇ, ਕੀ ਮੈਂ ਬਲੈਕ ਬੋਰਡ ਦੇ ਨਾਲ ਸਵਾਲ ਕਰਦੇ ਕਰਦੇ ਉਹਨਾਂ ਨੂੰ ਸਮਝਾ ਰਿਹਾ ਤੇ ਉਸ ਤਰੀਕੇ ਸਮਝ ਰਹੇ ਨੇ, ਜਾਂ ਉਹਨਾਂ ਨੂੰ ਮੈਂ ਪ੍ਰੈਕਟੀਕਲ ਐਗਜ਼ਾਮਪਲ ਦੇ ਕੇ ਕਰਾ ਰਿਹਾ ਉਹ ਤੱਕ ਸਮਝ ਰਹੇ ਨੇ, ਜਾਂ ਉਹ ਸੁਣ ਕੇ ਜਾਂ ਪੜ੍ਹ ਕੇ ਸਮਝ ਰਹੇ ਨੇ। ਯਾਨੀ ਇਹ ਤਜਦੀਦ ਜਿਹੜੀ ਹੈ ਸਾਨੂੰ ਸਮਝਣੀ ਪਏਗੀ। ਔਰ ਇਹ ਇਕੱਲਾ ਸਟੂਡੈਂਟ ਦਾ ਨਹੀਂ, ਟੀਚਰ ਨੂੰ ਵੀ ਅੰਡਰਸਟੈਂਡ ਕਰਨਾ ਪਏਗਾ ਕਿ ਮੇਰਾ ਸਟੂਡੈਂਟ ਕਿੱਥੇ ਸਟੈਂਡ ਕਰਦਾ ਹੈ, ਕਿਹੜੇ ਲਰਨਿੰਗ ਸਟਾਈਲ ਦੇ ਨਾਲ ਉਹ ਈਜ਼ੀਲੀ ਮੇਰੇ ਟੌਪਿਕ ਨੂੰ ਗ੍ਰੈਸਪ ਕਰ ਰਿਹਾ। ਔਰ ਤੁਸੀਂ ਜੇ ਦੇਖ ਕੇ ਦੇਖੋ, ਵਿਜ਼ੂਅਲੀ ਮੇਨ ਅਸੀਂ 3 ਸੈਂਸਿਸ ਲੈ ਕੇ ਚੱਲਦੇ ਪਏ ਹਾਂ। ਵਿਜ਼ੂਅਲ ਲਰਨਿੰਗ, ਆਪਾਂ ਹੀਅਰਿੰਗ ਸਾਈ ਹੋ ਗਈ, ਫਿਰ ਉਸ ਤੋਂ ਬਾਅਦ ਅਸੀਂ ਅੰਡਰਸਟੈਂਡਿੰਗ ਦੇ ਪ੍ਰੈਕਟੀਕਲ ਵੇ ਦੇ ਨਾਲ, ਕੈਨਸਥੈਟਿਕ ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਹੱਥੀਂ ਪ੍ਰੈਕਟੀਕਲ ਵੇ ਦੇ ਨਾਲ। ਇਹ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਟੀਚਰ ਜਦੋਂ ਐਜੂਕੇਸ਼ਨ ਇੰਪਾਰਟ ਕਰ ਰਿਹਾ ਤੇ ਉਹ ਬਹੁਤ ਇੰਪੋਰਟੈਂਟ ਹੈ ਕਿ ਕਿਸ ਤਰੀਕੇ ਨਾਲ ਬੱਚੇ ਨੂੰ ਸਮਝੇ ਕਿ ਉਹ ਕਿਹੜੇ ਮੈਥਡ ਨਾਲ ਈਜ਼ੀਲੀ ਤੁਹਾਡੀ ਚੀਜ਼ ਨੂੰ ਸਮਝ ਰਿਹਾ। ਜੀ, ਮੈਨੂੰ ਸਟਾਰਟ ਕਰਦਾ ਹੁੰਦਾ ਆ ਲਰਨਿੰਗ ਸਟਾਈਲਸ ਨੂੰ ਇਸ ਪਿਕਚਰ ਦੇ ਨਾਲ। ਤੇ ਮੈਂ ਜਦੋਂ ਪੁੱਛਦਾ ਹੁੰਦਾ ਆ ਕਿ ਤੁਹਾਨੂੰ ਕੁਝ ਯਾਦ ਆਇਆ ਤੇ ਲੋਕਾਂ ਨੂੰ ਸਭ ਨੂੰ ਇਹ ਦੀਵਾਰ ਫਿਲਮ ਦਾ ਅਜੀਤ ਸਿੰਘ ਯਾਦ ਆ ਜਾਂਦਾ ਆ ਕਿ ਅੱਜ ਮੇਰੇ ਪਾਸ ਇਹ ਹੈ ਉਹ ਹੈ, तुम्हारे पास क्या है। ਤੇ ਇਹਦੇ ਵਿੱਚ ਸ਼ਸ਼ੀ ਕਪੂਰ ਜੀ ਕਹਿੰਦੇ ਨੇ ਕਿ ਮੇਰੇ ਪਾਸ ਮਾਂ ਹੈ। ਤੇ ਹੁਣ ਆ ਕੀ ਹੋਇਆ ਕਿ ਵਿਜ਼ੂਅਲ ਵੇਖ ਕੇ ਸਾਨੂੰ ਆਡੀਓ ਡਾਇਲੌਗ ਸਭ ਚੇਤਾ ਆ ਗਏ। ਯਾਨੀ ਕੋਈ ਬੱਚੇ ਇਸ ਤਰ੍ਹਾਂ ਦੇ ਹੈਗੇ ਨੇ, ਐਜ਼ ਏ ਟੀਚਰ ਅਸੀਂ ਵੀ ਹੈਗੇ ਆ, ਜਿਹੜੇ ਕਿ ਜਿਨ੍ਹਾਂ ਨੇ ਅਗਰ ਕੋਈ ਸੀਨ ਵੇਖ ਲਿਆ ਹੈਗਾ ਆ ਤੇ ਉਹ ਉਹਨਾਂ ਦੀ ਆਤਮਾ ਤੱਕ ਛਾਇਆ ਹੋਇਆ ਆ, ਉਹਨਾਂ ਨੂੰ ਉਹਦੇ ਬਾਰੇ ਪਤਾ ਹੈਗਾ ਆ। ਜੀ, ਕਈ ਵਾਰੀ ਨਾ ਦੇਖੋ ਇਹ ਵਿਜ਼ੂਅਲ ਲਰਨਰ ਦੀ ਗੱਲ, ਵਿਜ਼ੂਅਲ ਦਾ ਬੜਾ ਇਫੈਕਟ ਹੁੰਦਾ ਹੈ। ਵਿਜ਼ੂਅਲ ਲਰਨਰ ਦੀ ਜਿਵੇਂ ਅਸੀਂ ਗੱਲ ਕਰਦੇ ਹਾਂ, ਤੁਸੀਂ ਟੀਵੀ 'ਤੇ ਨਾ ਇੱਕ ਐਡ ਬੜੇ ਸਾਲਾਂ ਤੋਂ ਦੇਖ ਰਹੇ ਹੋਵੋਗੇ, ਸਰਫ
ਸਰਫ ਦੀ, ਅੱਛਾ ਠੀਕ ਠੀਕ ਹੈ, ਹੈ। ਹਾਂਜੀ ਸਰਫ ਦੀ ਐਡ ਦਾ ਇਹੋ ਜਿਹਾ ਇਫੈਕਟ ਸਾਡੇ ਦਿਮਾਗ 'ਚ ਹੈ ਕਿ ਅਸੀਂ ਬਾਜ਼ਾਰ ਲੈਣ ਜਾਂਦੇ ਹਾਂ ਨਾ ਕੋਈ ਵਾਸ਼ਿੰਗ ਪਾਊਡਰ, ਤਾਂ ਅਸੀਂ ਕਹਿੰਦੇ ਨਿਰਮਾ ਸਰਫ ਦੇ ਦਿਓ, ਹਾਂ ਜਦਕਿ ਸਰਫ ਵੀ ਆਪਣੇ ਆਪ 'ਚ ਬ੍ਰਾਂਡ ਹੈ ਤੇ ਨਿਰਮਾ ਵੀ ਬ੍ਰਾਂਡ ਹੈ। ਲੇਕਿਨ ਉਹ ਵਿਜ਼ੂਅਲ ਬਾਰ-ਬਾਰ ਦੇਖ ਕੇ ਸਾਡੇ ਮਾਈਂਡਸੈਟ ਦੇ ਵਿੱਚ ਕਿਹੋ ਜਿਹਾ ਹੋ ਗਿਆ ਕਿ ਯਾਰ ਵਾਸ਼ਿੰਗ ਪਾਊਡਰ ਨੂੰ ਅਸੀਂ ਸਰਫ ਕਹਿਣਾ ਸ਼ੁਰੂ ਕਰ ਦਿੱਤਾ ਹੈ, ਵੈਦਰ ਉਹ ਘੜੀ ਹੈ ਜਾਂ 555 ਹੈ ਜਾਂ ਅਸੀਂ ਕੁਝ ਵੀ ਕਹੀਏ। ਤੇ ਇਸੇ ਤਰੀਕੇ ਦੇ ਨਾਲ ਦੇਖੋ ਵਿਜ਼ੂਅਲ ਜਿਹੜਾ ਲਰਨਰ ਹੈ ਉਹਦੀ ਵਿਜ਼ੂਅਲ ਪਾਵਰ ਜਿਹੜੀ ਹੈ ਨਾ ਬੜੀ ਸਟਰੋਂਗ ਹੈ, ਉਹਦੀ ਆਬਜ਼ਰਵੇਸ਼ਨ ਬੜੀ ਸਟਰੋਂਗ ਹੈ। ਉਹ ਆਪਣੇ ਸਾਹਮਣੇ ਜੋ ਚੀਜ਼ ਲਿਖੀ ਹੈ ਨਾ ਉਹਨੂੰ ਇੱਕ ਵਾਰ ਪੜ੍ਹ ਲੈਂਦਾ, ਦੇਖ ਲੈਂਦਾ ਤੇ ਉਹ ਬਹੁਤ ਜ਼ਿਆਦਾ ਆਪਣੇ ਬ੍ਰੇਨ ਦੇ ਵਿੱਚ ਉਹਦੀ ਵੀਡੀਓ ਕ੍ਰੀਏਟ ਕਰ ਲੈਂਦਾ ਹੈ, ਉਹਦੀ ਵਿਜ਼ੂਅਲਾਈਜੇਸ਼ਨ ਕ੍ਰੀਏਟ ਕਰ ਲੈਂਦਾ ਹੈ। ਠੀਕ ਹੈ, ਔਰ ਬਹੁਤ ਆਸਾਨੀ ਜਦੋਂ ਉਹਨੂੰ ਰੀਕੈਪਚੁਲੇਟ ਕਰਨਾ ਹੁੰਦਾ, ਉਹਨੂੰ ਯਾਦ ਕਰਨਾ ਹੁੰਦਾ ਹੈ ਔਰ ਉਹ ਆਪਣੇ ਬ੍ਰੇਨ ਦੇ ਵਿੱਚ ਉਹਦੀ ਵੀਡੀਓ ਚਲਾਉਂਦਾ ਹੈ। ਅਸੀਂ ਵੀ ਕਈ ਵਾਰੀ ਕਰਦੇ ਹਾਂ, ਕਈ ਵਾਰ ਜੇ ਕਲਾਸ 'ਚ ਪੜ੍ਹਦੇ ਪਏ ਹਾਂ ਅਸੀਂ, ਉਹ ਜੋ ਸਰ ਕਰਾ ਰਹੇ ਨੇ ਜਾਂ ਟੀਚਰ ਕਰਾ ਰਿਹਾ ਸਾਡਾ ਉਸ ਟਾਈਮ ਦੇ ਉੱਤੇ, ਅਸੀਂ ਉਹਨੂੰ ਆਪਣੇ ਦਿਮਾਗ 'ਚ ਇੱਕ ਕਿਸਮ ਦੀ ਉਹਦੀ ਵੀਡੀਓ ਬਣਾ ਲੈਂਦੇ ਹਾਂ ਔਰ ਜਦੋਂ ਘਰ ਬਹਿ ਕੇ ਅਸੀਂ ਉਹਦੀ ਤਿਆਰੀ ਕਰਦੇ ਹਾਂ ਜਾਂ ਦੇਖਦੇ ਹਾਂ ਤੇ ਸੋਚਦੇ ਵੀ ਹਾਂ ਸਰ ਨੇ ਇਹ ਗੱਲ ਕਲਾਸ 'ਚ ਕਹੀ ਸੀ, ਜੇ ਇਹ ਗੱਲ ਕਹੀ ਸੀ ਤੇ ਇਸ ਤਰੀਕੇ ਦਾ ਇਹ ਇੰਸੀਡੈਂਟ ਹੋਇਆ ਸੀਗਾ। ਔਰ ਕਈ ਟੀਚਰ ਸਪੈਸ਼ਲੀ ਕੁਝ ਇਹੋ ਜਿਹਾ ਆਪਣੇ ਪੜ੍ਹਾਉਣ ਦੇ ਵਿੱਚ ਇੰਸੀਡੈਂਟ ਕ੍ਰੀਏਟ ਕਰ ਦਿੰਦੇ ਨੇ ਕਿ ਉਹ ਉਹਦੇ ਬ੍ਰੇਨ ਦੇ ਵਿੱਚ ਛੱਡ ਜਾਂਦਾ ਹੈ। ਪਰ ਵਿਜ਼ੂਅਲ ਲਰਨਰ ਮੈਨੂੰ ਲੱਗਦਾ ਕਿ ਗਿਣਤੀ ਵਿੱਚ ਬਹੁਤ ਨੇ। ਅਗਰ ਅਸੀਂ ਬੱਚਿਆਂ ਨੂੰ ਵਿਜ਼ੂਅਲ ਲਰਨਰ ਤੋਂ ਦੂਰ ਕਰ ਦਾਂਗੇ, ਅਗਰ ਆਪਾਂ ਇਹ ਸਟਾਈਲ ਨੂੰ ਪਰੇ ਕਰ ਦਈਏ ਕਿ ਵਿਜ਼ੂਅਲ ਲਰਨਰ ਨਹੀਂ ਹੈਗੇ ਤੇ ਮੈਂ ਕੀ ਨਾ ਸਿਰਫ ਬੋਲਣਾ ਹੀ ਹੈਗਾ ਆ ਤੇ ਬੋਲ ਕੇ ਮੇਰਾ ਸਾਰਾ ਚੈਪਟਰ ਹੋ ਜਾਣਾ, ਤੇ ਕਿਤੇ ਨਾ ਕਿਤੇ ਉਹ ਜਿਹੜੀ ਬਹੁਤ ਵੱਡੀ ਗਿਣਤੀ ਹੈਗੀ ਆ ਉਹ ਲਰਨਰਸ ਤੇ ਬੈਠੀ ਹੋਈ ਜਿਹੜੇ ਵਿਜ਼ੂਅਲ ਲਰਨਰ ਸਟਾਈਲ ਨਾਲ ਪੜ੍ਹਨਾ ਆਏ ਸੀ, ਉਹ ਕਿਤੇ ਨਾ ਕਿਤੇ ਅਸੀਂ ਮਿਸ ਕਰ ਦਾਂਗੇ ਤੇ ਉਹਨਾਂ ਨੂੰ ਨਹੀਂ ਮਿਸ ਕੀਤਾ ਜਾਂਦਾ ਕਿ ਬਹੁਤ ਇਸ ਕਰਕੇ ਆਪਾਂ ਕਹਿੰਦੇ ਨੇ ਕਿ ਡਾਇਗਰਾਮ ਬਣਾਉਣੇ ਹੈਗੇ, ਚਾਰਟਸ ਬਣਾਉਣੇ ਹੈਗੇ। ਵਰਨਾ ਕਈ ਵਾਰ ਅੱਜ ਟੀਚਰ ਆਪਾਂ ਸੋਚਦੇ ਕਿ ਕੀ ਲੋੜ ਹੈਗੀ, ਮੈਂ ਟੌਪ ਨਾਲ ਪੜ੍ਹਾ ਦਿੱਤਾ ਹੈਗਾ ਆ, ਲਿਖਣ ਨੂੰ ਲਿਖ ਦਿੱਤਾ ਹੈਗਾ, ਬੋਲਣ ਨੂੰ ਬੋਲ ਦਿੱਤਾ ਹੈਗਾ, ਹੁਣ ਡਾਇਗਰਾਮ ਦੀ, ਹੁਣ ਕਿਸੇ TLM ਦੀ, ਹੁਣ ਕਿਸੇ ਵੀਡੀਓ ਦੀ, ਹੁਣ ਕਿਸੇ ਚਿੱਤਰ ਦੀ ਕੀ ਲੋੜ ਪੈਗੀ। ਮਗਰ ਅਸੀਂ ਉਹ ਭੁੱਲ ਜਾਂਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਅਸਲ 'ਚ ਕਿਉਂ ਨੇ, ਵਿਜ਼ੂਅਲ ਲਰਨਰ ਹੈਗੇ ਨੇ। ਵਿਜ਼ੂਅਲ ਜਿਹੜਾ ਹੈ ਉਹ ਸਾਡੇ ਬ੍ਰੇਨ ਦੇ ਵਿੱਚ ਇੱਕ ਇਮੇਜ ਛੱਡ ਜਾਂਦਾ ਔਰ ਉਹ ਇਮੇਜ ਸਾਇੰਟਿਸਟ ਨੇ ਪ੍ਰੂਵ ਕੀਤਾ ਹੈ ਕਿ ਕਿਸੇ ਚੀਜ਼ ਨੂੰ ਤੁਸੀਂ 30 ਸੈਕਿੰਡ ਤੋਂ ਵੱਧ ਜਦੋਂ ਦੇਖਦੇ ਹੋ ਤੇ ਉਹ ਚੀਜ਼ ਤੁਹਾਡੇ ਬ੍ਰੇਨ ਦੇ ਵਿੱਚ, ਮੈਂ ਇੱਕ ਵਰਡ ਵਰਤ ਰਿਹਾ, ਇਨਗ੍ਰੇਵ ਕਰ ਜਾਂਦੀ ਹੈ, ਉਹ ਬਣ ਜਾਂਦੀ ਹੈ, ਉਹਦੀ ਇਮੇਜ ਇੱਕ ਇਹੋ ਜਿਹੀ ਬਣ ਜਾਂਦੀ ਹੈ ਕਿ ਤੁਸੀਂ ਸਾਰੀ ਉਮਰ ਉਹਨੂੰ ਭੁੱਲਦੇ ਨਹੀਂ। ਔਰ ਦੇਖੋ ਜਿਹੜੇ ਵਿਜ਼ੂਅਲ ਲਰਨਰ ਨੇ ਹੁਣ ਉਹਨਾਂ ਨੂੰ ਦੇਖੀਏ ਤੇ ਬਹੁਤ ਸਾਰੀ ਚੀਜ਼ਾਂ ਦੇ ਨਾਲ ਉਹ ਆਪਣੀ ਇੰਪਰੂਵ ਕਰ ਸਕਦੇ ਨੇ ਵਿਜ਼ੂਅਲ ਲਰਨਿੰਗ ਜੀ। ਉਹਦੇ ਬਾਅਦ ਬਹੁਤ ਸਾਰੀ ਐਸੀ ਟਿਪਸ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ। ਫੋਰ ਐਗਜ਼ਾਮਪਲ ਸਾਡੀ ਸਲਾਈਡ ਦੇ ਵਿੱਚ ਵੀ ਆ ਸਕਦਾ ਹੈ ਵੀ ਕਿਸ ਤਰੀਕੇ ਦੇ ਨਾਲ ਉਹ ਇਨਫੋਰਮੇਸ਼ਨ ਨੂੰ ਆਪਣੇ ਇੱਕ ਵੀਡੀਓ ਦੇ ਵਿੱਚ ਕਨਵਰਟ ਕਰਕੇ ਆਪਣੇ ਦਿਮਾਗ ਦੇ ਵਿੱਚ ਸਟੋਰ ਕਰ ਸਕਦੇ। ਪਰ ਐਜ਼ ਅ ਟੀਚਰ ਮੈਂ ਕਹਿੰਦਾ ਕਿ ਉਹੀ ਗੱਲ ਕਿ ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਚੈਪਟਰ ਚੱਲ ਰਿਹਾ ਸਾਡਾ, ਕੁਛ ਤੇ ਆਪਾਂ ਨੂੰ ਵੀਡੀਓ ਉਹਨੂੰ ਦਿਖਾਉਣੇ ਪੈਣਗੇ ਜਿਹਦੇ ਵਿੱਚ ਕੋਈ ਪਿਕਚਰ ਹੋ ਸਕਦੀ ਹੈ, ਡਾਇਗਰਾਮ ਹੋ ਸਕਦਾ, ਉਹ ਤੋਂ ਕੰਸਰਨ। ਅਗਰ ਆਪਾਂ ਸਿਰ ਚੌਕ ਐਂਡ ਟਾਕ 'ਚ ਰਹਿ ਜਾਂਦੇ ਹੈਗੇ ਆ ਤੇ ਕਿਤੇ ਨਾ ਕਿਤੇ ਭਾਵੇਂ ਮੈਂ ਕਿੰਨਾ ਵੀ ਵਧੀਆ ਮੈਥਡ ਅਪਣਾ ਕੇ ਬੈਠਾ ਹੋਇਆ, ਪਰ ਲਰਨਰ ਜਿਹੜਾ ਸੀ ਉਹ ਤੇ ਵਿਜ਼ੂਅਲ ਲਰਨਰ ਹੈਗਾ ਸੀ, ਉਹਨੂੰ ਮੈਂ ਮਿਸ ਨਾ ਕਰਾਂ। ਇਸ ਤੋਂ ਬਾਅਦ ਆਉਂਦਾ ਆ ਆਡੀਟਰੀ ਜਾਂ ਆਡੀਓ ਤੋਂ ਸੁਣਨ ਵਾਲੇ, ਸੁਣ ਕੇ ਮਤਲਬ ਸਿੱਖਣ ਵਾਲੇ। ਇਹਨਾਂ ਦੀ ਵੀ ਇੱਕ ਬਹੁਤ ਵੱਡੀ ਗਿਣਤੀ ਹੈਗੀ ਆ ਕਿ ਕੁਝ ਲੋਕ ਬਿਨਾਂ ਸੁਣੇ ਨਹੀਂ ਚੱਲ ਸਕਦੇ ਹੈਗੇ, ਉਹਨਾਂ ਨੂੰ ਤੁਹਾਨੂੰ ਦੱਸਣਾ ਪਏਗਾ, ਸੁਣਾਉਣਾ ਪਏਗਾ, ਬੋਲਣਾ ਪਏਗਾ। ਐਜ਼ ਅ ਟੀਚਰ ਤਾਂ ਹੀ ਇਹ ਸੋਚਦੇ ਹੁੰਦੇ ਆ ਕਿ ਕਈ ਵਾਰ ਨਾ ਕੁਝ ਟੀਚਰ ਸਾਡੇ ਕੋਲ ਆਉਂਦੇ ਆ, ਖਾਸ ਕਰਕੇ ਨਵੇਂ ਟੀਚਰ ਦੀ ਗੱਲ ਕਰ ਰਿਹਾ ਹੈਗਾ, ਉਹ ਕਹਿੰਦੇ ਕਿ ਮੈਂ ਥੋੜਾ ਸ਼ਾਏ ਆ, ਮੈਂ ਬੋਲ ਨਹੀਂ ਪਾਉਂਦਾ ਕਲਾਸ ਵਿੱਚ। ਤੇ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਪ੍ਰੋਫੈਸ਼ਨ ਗਲਤ ਨਹੀਂ ਲਾ ਲਿਆ, ਕਿਉਂਕਿ ਬਿਨਾਂ ਬੋਲੇ ਨਹੀਂ ਚੱਲ ਸਕਦਾ। ਬਿਨਾਂ ਬੋਲੇ ਨਹੀਂ ਚੱਲ ਸਕਦਾ। ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ। ਮੈਨੂੰ ਆਪਣੀ ਪੁਰਾਣੇ ਯੂਨੀਵਰਸਿਟੀ ਟਾਈਮ ਦੇ ਯਾਦ ਆ ਗਏ। ਮੈਂ ਪੰਜਾਬ ਯੂਨੀਵਰਸਿਟੀ ਸੀ ਔਰ ਮੇਰੇ ਨਾਲ ਇੱਕ ਹੋਸਟਲ ਦੇ ਵਿੱਚ ਮੇਰੇ ਰੂਮਮੇਟ ਸਨ। ਉਹ ਕਹਿੰਦੇ ਸਨ ਕਿ ਤੂੰ ਇਹ ਚੈਪਟਰ ਹੈ, ਕੁਐਸਚਨ ਹੈ, ਮੈਨੂੰ ਇੰਜ ਕਰ ਕਿ ਤੂੰ ਮੈਨੂੰ ਬੋਲ ਕੇ ਦੱਸੀ ਜਾ, ਇੱਕ ਵਾਰੀ ਬੋਲ ਕੇ ਮੈਨੂੰ ਸੁਣਾ ਦੇ। ਅੱਛਾ ਠੀਕ ਹੈ। ਮੈਂ ਪਹਿਲੇ ਤਾਂ ਨਹੀਂ ਸਮਝਦਾ ਮੈਂ ਕੀ ਕਹਿਣਾ। ਕਹਿੰਦਾ ਕਿ ਜਦੋਂ ਤੁਸੀਂ ਮੈਨੂੰ ਬੋਲਦੇ ਹੋ ਨਾ, ਮੈਂ ਸੁਣ ਕੇ ਮੇਰੇ ਦਿਮਾਗ ਦੇ ਵਿੱਚ ਇੱਕ ਆਡੀਓ ਰਿਕਾਰਡਿੰਗ ਹੋ ਜਾਂਦੀ ਔਰ ਮੈਨੂੰ ਯਾਦ ਹੋ ਜਾਂਦਾ। ਮਤਲਬ ਇਹਨੂੰ ਮੈਂ ਇਸ ਤਰ੍ਹਾਂ ਵੀ ਕਹਿ ਸਕਦਾ ਸਰ, ਕੁਝ ਅੱਜ ਕੱਲ੍ਹ ਉਹ ਆ ਰਹੇ ਨੇ ਬੱਚੇ ਜਾਂ ਵੱਡੇ ਵੀ ਬੁੱਕਸ ਨੂੰ ਰੀਡ ਨਹੀਂ ਕਰ ਰਹੇ, ਆਡੀਓ ਬੁੱਕਸ ਆ ਰਹੀਆਂ ਨੇ, ਉਹ ਸੁਣ ਰਹੇ ਨੇ ਤੇ ਉਹ ਸੁਣ ਕੇ ਫਿਰ ਉਹਨਾਂ ਨੂੰ ਸਾਰੀ ਬੁੱਕਸ ਪਤਾ ਲੱਗ ਰਹੀ ਹੈ। ਸਰ ਛੋਟੀ ਐਗਜ਼ਾਮਪਲ ਹੈ, ਤੁਸੀਂ ਬੱਚੇ ਕੋਲੋਂ ਅੱਜ ਦਾ ਪੰਜਾਬੀ ਗਾਣਾ ਤੁਸੀਂ ਜਦੋਂ ਮਰਜ਼ੀ ਸੁਣ ਲਵੋ, ਹਾਂਜੀ ਉਹਨੂੰ ਯਾਦ ਹੈ ਕਿਉਂਕਿ ਸੁਣਿਆ ਉਹਨੇ ਸੁਣਿਆ। ਤੇ ਜੇ ਬੱਚੇ ਨੂੰ ਤੁਸੀਂ ਕਹੋ ਨਾ ਕੁਐਸਚਨ ਯਾਦ ਕਰਕੇ ਸੁਣਾ ਤੇ ਉਹ ਸੁਣਾਇਆ ਜਾਂਦਾ, ਉਹ ਔਖਾ ਹੋ ਗਿਆ। ਯਾਨੀ ਆਡੀਓ ਬੁੱਕਸ ਜਿਹੜੀ ਅੱਜ ਦੀ ਇਨਵੈਂਸ਼ਨ ਹੈ, ਦੈਟ ਇਜ਼ ਦਾ ਬੈਸਟ ਇਨਵੈਂਸ਼ਨ। ਜਿਹੜੇ ਬੱਚਿਆਂ ਕੋਲ ਆਡੀਓ ਦੀ ਹੈ ਐਬਿਲਿਟੀ ਹੈ ਕਿ ਉਹ ਇਸ ਸਟਾਈਲ ਦੇ ਨਾਲ ਲਰਨ ਕਰ ਸਕਦੇ ਹੋ, ਈਜ਼ੀਲੀ ਉਸ ਚੀਜ਼ ਨੂੰ ਗ੍ਰੈਸਪ ਕਰ ਸਕਦੇ। ਪਰ ਆਪਾਂ ਤਾਂ ਅਜੇ ਵੀ ਉਸੇ ਟੌਪਿਕ ਤੇ ਆ ਰਹੇ ਕਿ ਲਰਨਿੰਗ ਸਟਾਈਲਸ। ਕੁਝ ਲੋਕ ਸਾਡੇ ਕੋਲ ਜਿਹੜੇ ਸਾਹਮਣੇ ਬੈਠੇ ਹੋਏ ਐਜ਼ ਏ ਬੱਚੇ, ਐਜ਼ ਏ ਸਟੂਡੈਂਟ, ਉਹ ਬਿਨਾਂ ਸੁਣੇ ਕੁਝ ਨਹੀਂ ਸਿੱਖ ਰਹੇ। ਇਸ ਕਰਕੇ ਐਜ਼ ਏ ਟੀਚਰ ਸਾਨੂੰ ਇੱਕ ਬੋਲਣ ਦੀ ਸਮਰੱਥਾ ਤੇ
ਉਹ ਬੋਲਣਾ ਵੀ ਇਸ ਹਿਸਾਬ ਨਾਲ ਕਿ ਉਹਦੇ ਜ਼ਿਹਨੋਂ ਵਿੱਚ ਉਹ ਚੱਲ ਜਾਵੇ, ਉਹਦੇ ਦਿਲੋਂ ਦਿਮਾਗ ਤੇ ਉਹ ਛਾ ਜਾਵੇ ਗੱਲ। ਤੇ ਕਈ ਵਾਰ ਹੁੰਦਾ ਹੈ, ਮੈਂ ਅੱਜ ਵੀ ਸੋਚਦਾ ਇੰਨੇ ਸਾਲਾਂ ਬਾਅਦ ਕਿ ਜਦੋਂ ਮੈਂ 8th ਕਲਾਸ ਵਿੱਚ ਹੈਗਾ ਸੀ, ਮੇਰੇ ਟੀਚਰ ਨੇ ਮੈਨੂੰ ਆਹ ਕਿਹਾ। ਸੋਚੋ, ਮਤਲਬ ਅਸੀਂ ਆਪਣੀ 20 ਸਾਲ ਪੁਰਾਣੀ ਗੱਲ ਵੀ ਕਈ ਵਾਰ ਸੋਚ ਰਹੇ ਹੁੰਦੇ ਆ ਕਿ ਉਦੋਂ ਸਾਨੂੰ, ਯਾਨੀ ਅਸੀਂ ਜੋ ਸੁਣਿਆ ਉਹ ਹਜੇ ਤੱਕ ਸਾਡੇ ਦਿਲ ਦਿਮਾਗ ਤੇ ਹੈਗਾ ਆ। ਦੇਖੋ ਤੇ ਮੈਂ ਸ਼ਾਇਦ ਤੁਹਾਨੂੰ ਯਾਦ ਹੋਵੇ ਵੀ ਸਟੂਡੈਂਟ ਆਫ ਮੈਥਮੈਟਿਕਸ, ਮੈਨੂੰ ਯਾਦ ਹੈ ਕਿ ਸਾਡੇ ਟੀਚਰ ਨੇ ਨਾ ਇੱਕ ਸਾਈਨ ਥੀਟਾ ਕਾਸ ਥੀਟਾ ਦਾ ਇੱਕ ਫਾਰਮੂਲਾ ਸਾਨੂੰ ਸਿਖਾਇਆ ਸੀ। ਅੱਜ ਤੋਂ ਸਮਝੋ 40 ਸਾਲ ਪੁਰਾਣੀ ਗੱਲ ਕਰ ਰਿਹਾ, ਔਰ ਮੈਨੂੰ ਯਾਦ ਹੈ ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ। ਔਰ ਇੰਨਾ ਸਿੰਪਲ ਵੇ ਦੇ ਨਾਲ ਅਸੀਂ ਉਸਦੇ ਤੋਂ ਸਾਈਨ ਥੀਟਾ ਕਾਸ ਥੀਟਾ ਟੈਨ ਥੀਟਾ ਦੀ ਵੈਲਿਊ ਕੱਢਣੀਆਂ ਸਿੱਖੇ, ਔਰ ਆਫਟਰ 40 ਇਅਰ ਟਿਲ ਡੇਟ ਉਹ ਚੀਜ਼ ਸਾਨੂੰ ਯਾਦ। 6 ਫਾਰਮੂਲੇ ਜਿਹੜੇ ਤੁਹਾਨੂੰ ਯਾਦ ਹੋ ਗਏ। ਤੇ ਜਿਹੜਾ ਸਭ ਤੋਂ ਜ਼ਿਆਦਾ ਫਾਰਮੂਲਾ ਔਖਾ ਲੱਗਦਾ ਸੀ ਉਹ ਵੀ ਯਾਦ ਆ, ਤੇ ਕਿਉਂਕਿ ਆਪਾਂ ਬਿਲਕੁਲ ਔਰ ਇਹ ਸਭ ਚੀਜ਼ ਹੋਇਆ ਕਿ ਅਸੀਂ ਸੁਣਿਆ ਟੀਚਰ ਨੂੰ ਔਰ ਵਿਜ਼ੂਅਲੀ। ਔਰ ਇਹ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗਾ ਸਰ, ਟੀਚਰ ਜਿਹੜਾ ਨਾ, ਟੀਚਰ ਨੂੰ ਕਿਉਂ ਗਿਣਿਆ ਜਾਂਦਾ ਕਿ ਹੀ ਨੋ ਦ ਸਾਈਕੋਲੋਜੀ ਆਫ ਅ ਸਟੂਡੈਂਟ ਜੀ। ਉਹਨੂੰ ਦੇਖਣਾ ਪਏਗਾ, ਉਹਨੂੰ ਸਾਰੀ ਚੀਜ਼ਾਂ ਨੂੰ ਇਕੱਠੇ ਲੈ ਕੇ ਚੱਲਣਾ ਪਏਗਾ, ਉਹਨੂੰ ਆਡਿਟਰੀ ਵੀ ਦੇਖਣਾ ਪਏਗਾ ਕਿ ਮੇਰੇ ਜਿਹੜੇ ਸਟੂਡੈਂਟ ਆ ਕਿਸ ਤਰੀਕੇ ਸਮਝਦੇ ਨੇ, ਕਿਹੜੇ ਟੈਕਟਿਕਸ ਮੈਂ ਆਪਣੀ ਟੀਚਿੰਗ ਲਰਨਿੰਗ ਪ੍ਰੋਸੈਸ 'ਚ ਯੂਜ਼ ਕਰਾਂ। ਹੁਣ ਮੈਂ ਕਈ ਵਾਰ ਲੈਂਗੁਏਜ ਟੀਚਰ ਦੀ ਖਾਸ ਕਰਕੇ ਗੱਲ ਕਰਦਾ ਹੁੰਦਾ, ਅਗਰ ਕੋਈ ਲੈਂਗੁਏਜ ਟੀਚਰ ਹੈਗਾ ਆ ਤੇ ਉਹਦੇ ਲਈ ਤੇ ਆਡੀਓ ਬਹੁਤ ਇੰਪੋਰਟੈਂਟ ਪਾਰਟ ਹੋ ਗਿਆ। ਅੱਛਾ, ਸਭ ਤੋਂ ਆਸਾਨ ਤਰੀਕਾ ਕੀ ਹੈਗਾ ਕਿ ਹੁਣ ਆਡੀਓ ਸਿਰਫ ਆਪਣੀ ਨਹੀਂ, ਕਿਸੇ ਦੀ ਵੀ ਆਡੀਓ ਕਲਾਸ ਵਿੱਚ ਪਹੁੰਚਾਉਣਾ ਬੜਾ ਆਸਾਨ ਹੋ ਗਿਆ। ਇੱਕ ਬਲੂਟੁੱਥ ਸਪੀਕਰ ਲੈ ਲਈਏ, ਈਵਨ ਆਪਣੇ ਮੋਬਾਈਲ ਤੋਂ ਵੀ ਆਪਾਂ ਕਰ ਸਕਦੇ ਹਾਂ, ਪੈਨ ਡਰਾਈਵ 'ਚ ਰਿਕਾਰਡਿੰਗ ਰੱਖ ਸਕਦੇ ਹਾਂ, ਤੇ ਉਹ ਕਲਾਸ ਵਿੱਚ। ਮੈਂ ਕਈ ਵਾਰ ਸੋਚਦਾ ਹੁੰਦਾ ਹਾਂ ਜਦੋਂ ਮੈਂ ਇੰਗਲਿਸ਼ ਟੀਚਰ ਹਾਂ ਕਿ ਮੰਨ ਲਓ ਮੈਂ ਕੁਝ ਬੋਲ ਰਿਹਾ ਹੈਗਾ ਤੇ ਕੀ ਬੱਚੇ ਸਿਰਫ ਮੇਰੇ ਤੇ ਡਿਪੈਂਡ ਹੋ ਜਾਣ ਕਿ ਜੋ ਮੈਂ ਬੋਲਾਂ ਉਹੀ ਇਹ ਸੁਣ, ਜਾਂ ਮੈਂ ਉਹਨਾਂ ਨੂੰ ਇੱਕ ਕਲਾਸਰੂਮ 'ਚ 10 ਆਡੀਓ ਸੁਣਾ ਸਕਦਾ ਹੈਗਾ। ਕੋਈ ਮੈਂ BBC ਦੀ ਰਿਕਾਰਡਿੰਗ ਕਰਾ ਸਕਦਾ ਹੈਗਾ, ਕੋਈ ਮੈਂ ਸੌਂਗ ਇੰਗਲਿਸ਼ ਸੁਣਾ ਸਕਦਾ ਹੈਗਾ। ਤੇ ਆਡੀਓ ਦੇ ਰੂਪ 'ਚ ਐਜ਼ ਅ ਲੈਂਗੁਏਜ ਟੀਚਰ ਮੈਂ ਸੋਚਦਾ ਆ ਬਹੁਤ ਐਕਸਪੈਰੀਮੈਂਟ ਹੋ ਸਕਦੇ ਆ, ਚਾਹੇ ਉਹ ਇੰਗਲਿਸ਼ ਦੀ ਗੱਲ ਹੋਵੇ, ਹਿੰਦੀ ਦੀ ਤੇ ਪੰਜਾਬੀ ਦੀ ਵੀ ਹੋਵੇ। ਮੈਂ ਸੋਚਦਾ ਨਾ ਅੱਜ ਪੰਜਾਬੀ ਦੀ ਆਪਾਂ ਗੱਲ ਕਰੀਏ ਤੇ ਅਸੀਂ ਪੰਜਾਬ 'ਚ ਵੀ ਪੰਜਾਬੀ ਨੂੰ ਕਈ ਹਿਸਾਬ ਨਾਲ ਰਹਿੰਦੇ। ਤੁਹਾਨੂੰ ਕੀ ਨਾ ਹੈ, ਮਾਝੀ ਦਾ ਤਾਂ ਪਤਾ ਹੋਊਗਾ, ਮਲਵਈ ਦਾ ਤਾਂ ਪਤਾ ਹੋਊਗਾ, ਮੈਂ ਕਹਿੰਦਾ ਪੁਆਧੀ ਕਿੰਨਾ ਨੇ ਸੁਣੀ ਹੈਗੀ ਹੈ, ਘਾਟ ਪੈ ਜਾਂਦੀ ਹੈ ਨਾ। ਪਰ ਜੇ ਆਪਾਂ ਸੁਣਾ ਪਾਈਏ ਤੇ ਕੀ ਔਖਾ ਕੰਮ ਹੈ। ਅੱਜ ਪੰਜਾਬੀ ਟੀਚਰ ਮੈਂ ਗੱਲ ਕਰ ਰਿਹਾ, ਅੱਜ ਦੀ ਰੇਟ 'ਚ ਔਖਾ ਨਹੀਂ ਹੈ ਜੀ, ਬਿਲਕੁਲ ਈਜ਼ੀਲੀ ਤੁਸੀਂ ਵਿਦ ਦੀ ਹੈਲਪ ਆਫ ਮੋਬਾਈਲ ਔਰ ਬਲੂਟੁੱਥ ਸਪੀਕਰ ਜਿਵੇਂ ਤੁਸੀਂ ਕਿਹਾ ਕਰ ਸਕਦੇ ਹੋ। ਹੁਣ ਜਿਸ ਤਰ੍ਹਾਂ ਮਾਝੇ ਦੀ ਤੇ ਮਾਲਵੇ ਦੀ ਤੇ ਪੁਆਧ ਦੀ ਜਿਹੜੀ ਆਪਾਂ ਕੀ ਨਾ ਭਾਸ਼ਾ ਮੈਂ ਫਰਕ ਦੱਸ ਰਿਹਾ, ਉਹ ਕਲੀਅਰ ਕੱਟ ਪੰਜਾਬੀ 'ਚ ਨਜ਼ਰ ਆਉਂਦਾ ਹੈ। ਮੈਂ ਇੰਗਲਿਸ਼ ਹਿੰਦੀ ਨੂੰ 2 ਮਿੰਟ ਵਾਸਤੇ ਛੱਡ ਵੀ ਦੇਵਾਂ ਤੇ ਤੁਸੀਂ ਉਹ ਵੇਖੋਗੇ ਕਿੰਨਾ ਉਹ ਸਾਫ਼ ਨਜ਼ਰ ਆਉਂਦਾ ਹੈਗਾ ਆ। ਤੇ ਕੀ ਆਪਾਂ ਉਹਨਾਂ ਨੂੰ ਛੱਡ ਦਈਏ ਜਿਹੜੇ ਬੱਚੇ ਆਡੀਓ ਸੁਣ ਆਏ ਹੈਗੇ ਸੀ। ਇੱਥੇ ਇੱਕ ਚੀਜ਼ ਸਰ ਮੈਂ ਐਡ ਕਰਨਾ ਚਾਹਾਂਗਾ, ਤੁਸੀਂ ਮਾਡਰਨ ਟ੍ਰੈਂਡ ਸ਼ਾਇਦ ਦੇਖਿਆ, ਪਹਿਲੇ ਕਾਰਟੂਨ ਆਉਂਦੇ ਸੀ ਜਿਹਦੇ ਵਿੱਚ ਕਾਰਟੂਨ ਹੁੰਦੇ ਸੀ, ਕੋਈ ਆਵਾਜ਼ ਨਹੀਂ ਸੀ ਹੁੰਦੀ, ਔਰ ਬੱਚੇ ਦੇਖ ਕੇ ਬਹੁਤ ਖੁਸ਼ ਹੋ ਗਏ। ਅੱਛਾ, ਹੌਲੀ ਹੌਲੀ ਜਦੋਂ ਦੀ ਡਿਵੈਲਪਮੈਂਟ ਹੋ ਰਹੀ ਹੈ, ਤੁਸੀਂ ਇਹ ਨੋਟ ਕੀਤਾ ਹੋਏਗਾ ਕਿ ਕਾਰਟੂਨ ਦੇ ਵਿੱਚ ਈਵਨ ਸਾਊਂਡ ਜਿਹੜੀ ਹੈ ਨਾਲ ਆਣੀ ਸ਼ੁਰੂ ਹੋ ਗਈ, ਸਾਊਂਡ ਵਾਲੇ ਕਾਰਟੂਨ ਆਣੇ ਸ਼ੁਰੂ ਹੋ ਗਏ, ਬੱਚੇ ਉਹਦਾ ਇੰਜੋਏ ਕਰੇ। ਔਰ ਲੇਟੈਸਟ ਤੋਂ ਲੇਟੈਸਟ ਡਿਵੈਲਪਮੈਂਟ ਹੈ ਕਿ ਤੁਸੀਂ ਪਹਿਲੇ ਗੇਮ ਖੇਡਦੇ ਸੀਗੇ ਤੇ ਈਜ਼ੀਲੀ ਗੇਮ ਖੇਡੀ ਜਾਂਦੇ ਸੀ, ਮੋਬਾਈਲ ਗੇਮ ਆਪਣੇ ਮੋਬਾਈਲ ਦੇ ਉੱਤੇ। ਹੁਣ ਮੋਬਾਈਲ ਗੇਮ ਦੇ ਨਾਲ ਆਡੀਓ ਵਿੱਚ ਜੁੜ ਗਈ ਹੈ, ਯਾਨੀ ਬੱਚੇ ਗੇਮ ਵੀ ਖੇਡ ਰਹੇ ਨੇ ਤੇ ਜਿਹੜਾ ਸਾਹਮਣੇ ਜਿਹਦੇ ਨਾਲ ਖੇਡ ਰਿਹਾ ਹੈ ਉਹਦੇ ਨਾਲ ਇੰਟਰੈਕਸ਼ਨ ਵੀ ਕਰ ਰਹੇ ਨੇ ਆਡੀਓ ਦੇ ਵਿੱਚ। ਮੇਰੇ ਬੱਚੇ ਕਈ ਵਾਰੀ ਗੇਮ ਖੇਡਦੇ ਹੁੰਦੇ, ਮੈਂ ਕਹਿੰਦਾ ਵਾਜਾ ਤੂੰ ਬੋਲ ਕਿਉਂ ਰਿਹਾ, ਕਹਿੰਦੇ ਨਹੀਂ ਮੈਂ ਗੱਲ ਕਰ ਰਿਹਾ ਜਿਹਦੇ ਨਾਲ ਗੇਮ ਖੇਡੋ ਉਹਨਾਂ ਨਾਲ ਗੱਲ ਵੀ ਕਰ ਰਿਹਾ। ਚਲੋ ਆਡੀਓ ਸਕਿੱਲ ਉਹਨਾਂ ਦੀ ਡਿਵੈਲਪ ਹੋ ਰਹੀ ਆ। ਵੈਸੇ ਤਾਂ ਆਪਾਂ ਇਹਨਾਂ ਚੀਜ਼ਾਂ ਦਾ ਪ੍ਰਚਾਰ ਨਹੀਂ ਕਰਦੇ, ਪਰ ਤੁਸੀਂ ਵੇਖਿਆ ਹੋਵੇਗਾ ਟਿਕਟੌਕ ਦਾ ਬੜਾ ਟ੍ਰੈਂਡ ਚੱਲਿਆ, ਹੁਣ ਉਹ ਰੀਲਸ ਦੇ ਵਿੱਚ ਹੈਗਾ ਆ। ਉਹਦੇ 'ਚ ਬੱਚੇ ਕੀ ਕਰ ਰਹੇ ਹੈਗੇ, ਲਿਪਸਿੰਗ ਕਰ ਰਹੇ ਹੈਗੇ, ਜਿਹੜੀ ਆਡੀਓ ਆ ਰਹੀ ਆ, ਪਰ ਉਹਨਾਂ ਦੀ ਸਮਰੱਥਾ ਵੇਖੋ, ਮਤਲਬ ਤੁਸੀਂ ਬੱਚਿਆਂ ਦਾ ਟੈਲੈਂਟ ਵੇਖ ਕੇ ਹੈਰਾਨ ਹੋਗੇ ਕਿ ਜਿੰਨੀ ਉਹ ਲਿਪਸਿੰਗ ਕਰ ਰਹੇ, ਮੈਂ ਸੋਚਦਾ ਵੱਡੇ ਵੱਡੇ ਸਟਾਰ ਵੀ ਉਹਨਾਂ ਨੂੰ ਸ਼ਾਇਦ ਪਿੱਛੇ ਕਰਦੇ ਉਹ ਵੀ ਸ਼ਾਇਦ ਟੇਕ ਲੈਂਦੇ ਹੋਣਗੇ, ਤੇ ਸਾਡੇ ਬੱਚੇ ਉਹ ਬਿਨਾਂ ਟੇਕ ਦੇ ਹੀ ਕਰ ਰਹੇ ਨੇ, ਤੇ ਬੜਾ ਹੀ ਉਹਨਾਂ ਦਾ ਨੈਚੁਰਲ ਵੇ ਲੱਗਦਾ ਹੈਗਾ ਆ। ਭਾਵੇਂ ਅਸੀਂ ਚਲੋ ਥੋੜਾ ਡੀਮੋਟੀਵੇਟ ਕਰਦੇ ਕਿ ਇਹਨਾਂ ਚੀਜ਼ਾਂ 'ਚ ਆਪਾਂ ਨਾ ਪਈਏ, ਕਿਤੇ ਨਾ ਕਿਤੇ ਕਿਤਾਬਾਂ ਵੱਲ ਜ਼ਿਆਦਾ ਆਈਏ, ਮੋਬਾਈਲ ਨੇ ਜਿਹੜੇ ਨੁਕਸਾਨ ਕੀਤੇ ਹੈਗੇ ਆ ਉਹਨਾਂ 'ਚ ਆਪਾਂ ਨਾ ਉਲਝ ਜਾਈਏ। ਹੁਣ ਆਪਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿਨੈਸਥੈਟਿਕ, ਇਹ ਜਿਹੜੇ ਲਰਨਰ ਹੈਗੇ ਆ ਇਹਨਾਂ ਬਾਰੇ ਵੀ ਸਾਨੂੰ ਕੁਝ ਦੱਸੋ। ਸਰ that is also one of the important learning style। ਤੇ ਕਿਨੈਸਥੈਟਿਕ ਲਰਨਰ ਜਿਹੜੇ ਨੇ ਉਹ ਐਸਥੈਟਿਕ ਵਰਡ ਜਿਵੇਂ ਤੁਸੀਂ ਦੇਖਿਆ ਉਹਦਾ ਹੀ ਹਿੱਸਾ ਇੱਥੇ ਲਿਖਿਆ ਹੈ ਕਿਨੈਸਥੈਟਿਕ, ਯਾਨੀ ਕਿ ਉਹ ਕੰਮ ਨੂੰ ਦੇਖਦੇ ਵੀ ਨੇ, ਵਿਜ਼ੂਅਲ ਐਬਿਲਿਟੀ ਵੀ ਯੂਜ਼ ਕਰਦੇ ਨੇ, ਔਰ ਪ੍ਰੈਕਟੀਕਲੀ ਆਪਣੇ ਹੱਥਾਂ ਦੇ ਨਾਲ ਵਿਦ ਦੀ ਹੈਲਪ ਆਫ ਵੇਰੀਅਸ ਟੂਲਸ ਉਹਨੂੰ ਕਰਨ ਦੀ
ਕੋਸ਼ਿਸ਼ ਜਿਹੜੀ ਹੈ ਕਰਦੇ, ਪਰਫਾਰਮ ਕਰਨਾ ਪ੍ਰੈਕਟੀਕਲੀ ਵੇ ਦੇਣਾ। ਫॉर ਐਗਜ਼ਾਮਪਲ ਮੈਂ ਦੇਖ ਰਿਹਾ ਟੀਚਰ ਮੈਨੂੰ ਪੜ੍ਹਾ ਰਿਹਾ ਹੈ, ਮੈਂ ਸੁਣ ਰਿਹਾ ਟੀਚਰ ਜੋ ਕਹਿ ਰਿਹਾ ਹੈ, ਮੈਂ ਉਸ ਚੀਜ਼ ਨੂੰ, ਉਹ ਪੁਆਇੰਟ ਨੂੰ ਆਪਣੇ ਹੱਥਾਂ ਦੇ ਨਾਲ ਦੇ ਨਾਲ ਉਹ ਨੋਟਸ ਵੀ ਤਿਆਰ ਜਿਹੜਾ ਹੈ ਉਹ ਕਰ ਰਹੇ ਹਾਂ, ਉਹ ਲਿਖ ਰਹੇ ਹਾਂ ਉਹਨੂੰ ਚੀਜ਼ ਨੂੰ। ਮੈਂ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਕਿ ਸਾਡੇ ਹੁਣ ਡਿਪਾਰਟਮੈਂਟ ਨੇ ਜਿਹੜਾ ਵੋਕੇਸ਼ਨਲਾਈਜੇਸ਼ਨ ਸ਼ੁਰੂ ਕੀਤਾ ਹੈ, ਵੋਕੇਸ਼ਨਲਾਈਜੇਸ਼ਨ ਵੀ ਹੈਗੇ ਨੇ, ਸਾਡੇ ਕੋਲ ਟ੍ਰੈਂਡਸ ਵੀ ਹੈਗੇ ਨੇ, ਤੇ ਉਹ ਜਿਹੜੇ ਵੋਕੇਸ਼ਨਲ ਵਾਲੇ ਬੱਚੇ ਹੈਗੇ ਆ ਉਹ ਥਿਊਰੀ ਪਾਰਟ ਨੂੰ ਥੋੜਾ ਘਟਾ ਕੇ ਤੇ ਕਿਨੈਸਥੈਟਿਕ ਵੱਲ ਜ਼ਿਆਦਾ ਜਾ ਰਹੇ, ਪ੍ਰੈਕਟੀਕਲੀ ਉਹ ਕਰਕੇ ਵੇਖ ਰਹੇ ਆ, ਤੇ ਉੱਥੋਂ ਸਿੱਖ ਰਹੇ ਨੇ। ਜੋ +1 +2 ਜੋ ਸਿੱਖ ਕੇ ਜਾਂਦੇ ਨੇ ਤੇ ਬਹੁਤ ਹੀ ਵਧੀਆ ਉਹ ਸਮਾਜ ਵਾਸਤੇ ਸਾਬਿਤ ਹੁੰਦੇ ਨੇ, ਕਿਉਂਕਿ ਉਹ ਕੁਝ ਸਿੱਖ ਕੇ ਆਏ ਨੇ, ਨਾ ਕਿ ਸਿਰਫ ਕੋਈ ਰਟੀ ਰਟਾਈ ਚੀਜ਼ ਪੜ੍ਹ ਕੇ ਤੇ ਯਾਦ ਕਰਕੇ ਤੇ ਉਹਨੂੰ ਭੁੱਲ ਗਏ, ਨਹੀਂ, ਉਹ ਕੁਝ ਹੱਥਾਂ ਨਾਲ ਕਰਕੇ ਆਏ ਨੇ। ਤੇ ਇਹ ਮੈਨੂੰ ਬਹੁਤ ਖਾਸ ਚੀਜ਼ ਲੱਗੀ ਕਿ ਕੁਝ ਸਾਡੇ ਕੋਲ ਵਿਦਿਆਰਥੀ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਕਰਕੇ ਸਿੱਖਣਾ ਚਾਹੁੰਦੇ ਆ, ਤੇ ਐਜ਼ ਅ ਟੀਚਰ ਆਪਾਂ ਉਹਨਾਂ ਦੇ ਲਰਨਿੰਗ ਸਟਾਈਲ ਨੂੰ ਇਗਨੋਰ ਨਹੀਂ ਕਰ ਸਕਦੇ। ਸਰ ਮੈਂ ਪਿੱਛੇ ਤੁਹਾਨੂੰ ਦੱਸਣਾ ਚਾਹਾਂਗਾ, ਮੈਂ ਇੱਕ ਪ੍ਰੋਜੈਕਟ ਕਰ ਰਿਹਾ ਸੀਗਾ, ਕੰਪੈਰੀਟਿਵ ਸਟੱਡੀ ਆਫ ਵੇਰੀਅਸ ਐਜੂਕੇਸ਼ਨ ਸਿਸਟਮ ਫॉर ਇੰਡੀਅਨ, UK, ਕੈਨੇਡਾ। ਔਰ ਤੁਸੀਂ ਦੇਖਿਆ ਹੋਏਗਾ, ਹੈਰਾਨ ਹੋ ਗਿਆ ਸੁਣ ਕੇ ਕਿ ਜਿਵੇਂ ਇੰਡੀਆ ਦੇ ਵਿੱਚ ਸਾਡੇ 70% ਕਹਿ ਲਓ 80% ਆਊਟ ਆਫ ਦੇ ਲਿਟਰੇਟ ਜਿਹੜੀ ਹੈਗੀ ਹੈ ਸਾਡੀ ਪਬਲਿਕ ਜਿਹੜੀ ਹੈ, ਉਹਦੇ ਚ ਲੋਕਾਂ ਨੇ BA ਗ੍ਰੈਜੂਏਸ਼ਨ ਜਿਹਨੂੰ ਅਸੀਂ ਕਹਿੰਦੇ ਉਹ ਕੀਤੀ ਹੁੰਦੀ ਹੈ ਜਾਂ ਮਾਸਟਰ ਕੀਤੀ ਹੁੰਦੀ ਹੈ। 90% ਬਹੁਤ ਹਾਈ ਪਰਸੈਂਟ ਵੱਡੀ ਗਿਣਤੀ ਹੋ ਚੁੱਕੀ। ਔਰ ਉਸ ਤੋਂ 15% ਨੇ ਜਿਹੜਾ ਹੈ ਮਾਸਟਰ ਡਿਗਰੀ ਕੀਤੀ ਹੁੰਦੀ ਹੈ, ਔਰ ਕੁਝ ਪਰਸੈਂਟ ਨੇ PhD ਕੀਤੀ ਹੁੰਦੀ ਹੈ। ਲੇਕਿਨ ਇਸ ਤੋਂ ਉਲਟ ਉਹਨਾਂ ਦੇ ਸਿਸਟਮ ਦੇ ਵਿੱਚ ਲਗਭਗ 10th ਲੈਵਲ ਜਿਹੜਾ ਜਿਹਨੂੰ ਅਸੀਂ 10 ਈਅਰ ਆਫ ਐਜੂਕੇਸ਼ਨ ਉਹ ਸਿਸਟਮ ਨੂੰ ਕਹਿੰਦੇ ਨੇ, 80 to 90% ਜਿਹੜੇ ਬੱਚੇ ਨੇ ਉਹਨਾਂ ਨੇ 10 ਈਅਰ ਆਫ ਐਜੂਕੇਸ਼ਨ ਕੀਤੀ ਹੈ। ਔਰ ਉਹਨਾਂ ਦੀ ਜਿਹੜੀ 10 ਈਅਰ ਐਜੂਕੇਸ਼ਨ ਜਾਂ 12 ਈਅਰ ਆਫ ਐਜੂਕੇਸ਼ਨ ਹੈ, ਦੈਟ ਇਜ਼ ਟੋਟਲੀ ਪ੍ਰੈਕਟੀਕਲ ਬੇਸ, ਯਾਨੀ ਕਿ ਉਹ ਜੋ ਵੀ ਕਰ ਰਹੇ ਨੇ ਉਹ ਪ੍ਰੈਕਟੀਕਲ ਵੇ ਦੇ ਨਾਲ ਸਿੱਖ ਰਹੇ ਨੇ, ਯਾਨੀ ਜਿਹਨੂੰ ਤੁਸੀਂ ਵੋਕੇਸ਼ਨਲਾਈਜੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ ਕਹਿ ਰਹੇ ਹੋ, ਔਰ ਉਹ ਪਹਿਲੇ ਆਲਰੇਡੀ ਅਡਾਪਟ ਕਰ ਚੁੱਕੇ ਨੇ। ਜੀ ਅਸੀਂ ਕਿਤੇ ਔਰ ਤੇ ਉਹ ਪਿੱਛੇ ਆ, ਪਰ ਉਹ ਹੈਂਡਸ ਨਾ ਕਰਨਾ, ਕੁਝ ਆਪਣੇ ਹੱਥਾਂ ਨਾਲ ਕੁਝ ਕਰਨਾ ਤੇ ਉਤੋਂ ਸਿੱਖਣਾ ਜਿਹੜਾ ਹੈਗਾ ਆ। ਪਰ ਉਹ ਆਪਾਂ ਫਿਰ ਉਸੇ ਗੱਲ ਤੇ ਆ ਰਹੇ ਹਾਂ ਕਿ ਲਰਨਿੰਗ ਸਟਾਈਲਸ ਵਿੱਚ ਕਿਨੈਸਥੈਟਿਕ ਲਰਨਰ ਹੈਗੇ ਨੇ, ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰਨਾ। ਭਾਵੇਂ ਉਹ 6th ਕਲਾਸ ਦਾ ਬੱਚਾ ਹੋਵੇ, ਭਾਵੇਂ 10 ਦਾ, ਭਾਵੇਂ +1 +2 ਚ ਵੋਕੇਸ਼ਨ ਸਟਰੀਮ ਲੈ ਚੁੱਕਿਆ ਹੈ, ਮਗਰ ਹਰ ਜਗ੍ਹਾ ਤੁਹਾਨੂੰ ਇਹ ਬੱਚਾ ਮਿਲੇਗਾ ਤੇ ਉਹਦੇ ਲਰਨਿੰਗ ਸਟਾਈਲ ਨੂੰ ਐਜ਼ ਅ ਟੀਚਰ ਅਸੀਂ ਨਹੀਂ ਭੁੱਲਣਾ ਹੈਗਾ। ਅਸੀਂ ਉਹਨੂੰ ਦੇਣਾ ਹੈਗਾ ਆ ਕਿ ਕੁਝ ਆਪਾਂ ਉਹਨੂੰ ਹੱਥੀਂ ਕਰਾ ਕੇ ਭੇਜ ਰਹੇ ਹੋਈਏ ਤੇ ਹਰ ਸਬਜੈਕਟ 'ਚ ਪੋਸੀਬਲ ਹੋ ਜਾਵੇ। ਦੇਖੋ ਇਹੋ ਜਿਹੇ ਬੱਚਿਆਂ ਨੂੰ ਤੁਸੀਂ ਪ੍ਰੋਜੈਕਟ ਵਰਕ ਦੇ ਸਕਦੇ ਹੋ, ਠੀਕ ਹੈ, ਉਹਨਾਂ ਨੂੰ ਤੁਸੀਂ ਕੋਈ ਮਾਡਲ ਬਣਾ ਕੇ ਲਿਆਓ, ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਚਾਰਟ ਬਣਾ ਕੇ ਲਿਆਓ, ਉਹ ਪ੍ਰੈਕਟੀਕਲ ਵੇ ਨਾਲ ਕਰਨਗੇ। ਔਰ ਜਦੋਂ ਆਪਣੇ ਹੈਂਡ ਤੋਂ ਨੂੰ ਐਕਟੀਵਿਟੀ ਨੂੰ ਇਨਵੋਲਵ ਕਰਨਗੇ, ਉਹ ਬਹੁਤ ਜ਼ਿਆਦਾ ਵੇ ਦੇ, ਸ਼ਾਇਦ ਉਹ ਲਿਖਣ ਦੇ ਵਿੱਚ ਇੰਨੇ ਕਾਮਯਾਬ ਨਾ ਹੋ, ਲੇਕਿਨ ਚਾਰਟ ਬਣਾਉਣ ਦੇ ਵਿੱਚ, ਮਾਡਲ ਬਣਾਉਣ ਦੇ ਵਿੱਚ, ਉਹਨੂੰ ਡਿਮੋਨਸਟ੍ਰੇਟ ਕਰਨ ਦੇ ਵਿੱਚ, ਉਹਨੂੰ ਐਕਸਪਲੇਨ ਕਰਨ ਦੇ ਵਿੱਚ ਉਹ ਜ਼ਿਆਦਾ ਸਕਸੈਸਫੁਲ ਹੋਣਗੇ, ਔਰ ਉਹ ਬੜੇ ਅੱਛੇ ਤਰੀਕੇ ਦੇ ਨਾਲ ਉਸ ਪ੍ਰੋਜੈਕਟ ਨੂੰ ਸਾਡੇ ਸਾਹਮਣੇ ਲਿਆ ਕੇ ਪੇਸ਼ ਕਰ ਸਕਦੇ। ਐਜ਼ ਅ ਸਾਇੰਸ ਟੀਚਰ ਜਦੋਂ ਮੈਂ ਹੈਗਾ ਸੀ, ਉਸ ਚੀਜ਼ ਨੂੰ ਮੈਂ ਬਹੁਤ ਜ਼ਿਆਦਾ ਸੋਚਦਾ ਹੁੰਦਾ ਹਾਂ ਕਿ ਸਾਇੰਸ ਵਿੱਚ ਜ਼ਿਆਦਾ ਮਹੱਤਵ ਤੇ ਪ੍ਰੈਕਟੀਕਲ ਦਾ ਹੋਣਾ ਚਾਹੀਦਾ, ਲੈਬੋਰਟਰੀ ਦਾ ਹੋਣਾ ਚਾਹੀਦਾ। ਐਜ਼ ਅ ਸਾਇੰਸ ਟੀਚਰ ਮੇਰਾ ਦਿਲ ਕਰਦਾ ਹੈ ਕਿ ਬੱਚਿਆਂ ਨੂੰ ਸਾਰਾ ਦਿਨ ਲੈਬੋਰਟਰੀ 'ਚ ਬਿਠਾ ਛੜਾ, ਮਗਰ ਥੋੜੀ ਨਿਰਾਸ਼ਾ ਵੀ ਕਿਤੇ ਨਾ ਕਿਤੇ ਜੀਵਨ 'ਚ ਰਹੀ ਕਿ ਬਹੁਤ ਜ਼ਿਆਦਾ ਜਿਹੜਾ ਪ੍ਰੈਕਟੀਕਲ ਦਾ ਮਹੱਤਵ ਹੀ ਨਾ ਉਹ ਸਾਇੰਸ ਟੀਚਰ ਦੇ ਨਹੀਂ ਪਾਏ। ਕਿਤੇ ਨਾ ਕਿਤੇ ਬਹੁਤ ਘੱਟ ਟੀਚਰ ਇਸ ਤਰ੍ਹਾਂ ਦੇ ਸਾਨੂੰ ਮਿਲਦੇ ਨੇ ਜਿਹੜੇ ਵਾਕਈ ਐਕਸਪੈਰੀਮੈਂਟ ਕਰਾ ਰਹੇ ਨੇ, ਤੇ ਜਿਹੜੇ ਪ੍ਰੈਕਟੀਕਲ ਹੋ ਰਹੇ ਨੇ, ਸੌਰੀ ਟੂ ਸੇ, ਜਿਹੜੇ ਉਹਨਾਂ ਦੇ ਨੰਬਰ ਲੱਗ ਰਹੇ ਨੇ ਕਿ ਵਾਕਈ ਬੱਚੇ ਦੀ ਉਹ ਸਟਰੈਂਥ ਵੇਖ ਕੇ ਜਿਹੜਾ ਉਹਨੇ ਹੱਥੀਂ ਪ੍ਰੋਜੈਕਟ ਬਣਾਏ ਆ ਜਾਂ ਸਾਰਾ ਪ੍ਰੋਜੈਕਟ ਕਰਦਾ ਰਿਹਾ ਹੈਗਾ, ਐਕਸਪੈਰੀਮੈਂਟ ਕਰਦਾ ਰਿਹਾ, ਉਹ ਤੋਂ ਲੱਗ ਰਹੇ ਨੇ ਜਾਂ ਵੈਸੇ ਹੀ ਲਿਸਟਾਂ ਬਣ ਰਹੀਆਂ ਹੈਗੀਆਂ ਨੇ। ਤੇ ਉਹ ਜਿਹੜਾ ਕਿਨੈਸਥੈਟਿਕ, ਅੱਛਾ ਮੈਂ ਹਜੇ ਵੀ ਕਹਾਂਗਾ, ਇੱਕ ਬੱਚਾ ਸਾਇੰਸ ਸਟਰੀਮ 'ਚ ਆਇਆ, ਹੋ ਸਕਦਾ ਉਹ ਥਿਊਰੀ 'ਚ ਵੀਕ ਹੋਵੇ ਤੇ ਪ੍ਰੈਕਟੀਕਲ 'ਚ ਬਹੁਤ ਅੱਗੇ ਹੋਵੇ, ਮਗਰ ਉਹਦੇ ਨੰਬਰ ਕਿਸ ਤਰ੍ਹਾਂ ਲੱਗਣੇ ਪ੍ਰੈਕਟੀਕਲ ਦੇ, ਉਹਦੀ ਥਿਊਰੀ ਵੇਖ ਕੇ, ਕਿਉਂਕਿ ਆਪਾਂ ਗੈਸ ਕਰ ਲੈਣੇ ਕਿ ਬੱਚਾ ਕਿਉਂਕਿ ਥਿਊਰੀ 'ਚ ਚੰਗਾ ਤੇ ਪ੍ਰੈਕਟੀਕਲ 'ਚ ਵੀ ਚੰਗਾ ਹੋਊਗਾ, ਉਹਦੇ ਨੰਬਰ ਆਪਾਂ ਲਗਾ ਦੇਣੇ। ਪਰ ਆਪਾਂ ਭੁੱਲ ਜਾਂਦੇ ਕਿ ਸਾਇੰਸ ਸਬਜੈਕਟ ਹੈ ਹੀ ਪ੍ਰੈਕਟੀਕਲ ਹੈਗਾ ਸੀ, ਆਪਾਂ ਕਿਉਂ ਉਹਨੂੰ ਥਿਊਰੀ 'ਚ ਨਾ ਉਲਝਾ ਦਿੱਤਾ ਕਿ ਜਿਹੜਾ ਬੱਚਾ ਪ੍ਰੈਕਟੀਕਲ ਕਰਨ ਆਇਆ ਸੀ ਉਹਨੂੰ ਵੀ ਆਪਾਂ ਸਮਾਂ ਨਾ ਦੇ ਸਕੇ। ਬਿਲਕੁਲ ਠੀਕ ਹੈ। ਦੇਖੋ ਮੈਂ ਹੈਰਾਨ, ਤੁਹਾਨੂੰ ਇੱਕ ਗੱਲ ਯਾਦ ਆ ਗਈ ਕਿ ਮੈਂ ਕਿਤੇ ਸੀਗਾ ਤੇ ਪ੍ਰੈਕਟੀਕਲ ਸੀਗਾ ਤੇ ਉਹਨਾਂ ਨੇ ਪ੍ਰੈਕਟੀਕਲ ਕਾਪੀਜ਼ ਬਣਾਉਣੀਆਂ ਸੀਗੀਆਂ ਤੇ ਸਾਰਾ ਸਾਲ ਤਾਂ ਪ੍ਰੈਕਟੀਕਲ ਤੇ ਕੋਈ ਹੋਏ ਨਹੀਂ, ਲੇਕਿਨ ਐਂਡਲੇ ਟਾਈਮ ਤੇ ਉਹਨਾਂ ਨੇ ਪ੍ਰੈਕਟੀਕਲ ਕਾਪੀਜ਼ ਲੈ ਕੇ ਕਾਪੀਆਂ ਬਣਾ ਕੇ ਚੈੱਕ ਕਰਾ ਲਈਆਂ ਤੇ ਨੰਬਰ ਲੱਗ ਗਏ, ਪ੍ਰੈਕਟੀਕਲ ਦੇ ਨੰਬਰ ਲੱਗ ਗਏ। ਦੇਖੋ ਸਾਡੇ ਡਿਪਾਰਟਮੈਂਟ ਨੇ ਕੋਸ਼ਿਸ਼ ਕੀਤੀ ਸੀ ਮੈਥ ਦੇ ਵਿੱਚ, ਮੈਥ 'ਚ ਵੀ ਪ੍ਰੈਕਟੀਕਲ ਕਰਵਾਉਣ ਦੀ, ਉਹ ਹੁੰਦਾ ਉਹਦੇ ਨਾਲ ਮਾਰਕਸ ਲੱਗਦੇ ਨੇ, ਉਹਦੇ ਵਿੱਚ ਵੀ ਜਿਹੜੇ ਮੈਥਮੈਟੀਕਲ ਫਾਰਮੂਲਾਜ਼ ਨੇ ਉਹਨੂੰ ਪ੍ਰੈਕਟੀਕਲ ਵੇ ਦੇ ਨਾਲ ਬੱਚੇ ਨੂੰ ਮਾਡਲ ਦੇ ਤਰੀਕੇ ਨਾਲ ਸਮਝਾਏ ਜਾਂਦੇ ਨੇ, ਔਰ ਉਹਦੀ ਪ੍ਰੈਕਟੀਕਲ ਬੁੱਕ ਜਿਹੜੀ ਹੈ ਉਹ ਮੇਨਟੇਨ ਕੀਤੀ ਜਾਂਦੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਹ ਸਭ ਚੀਜ਼ਾਂ ਜਿਹੜੀਆਂ ਉਹ ਕਾਗਜ਼ੀ ਰਹਿ ਗਈ।
ਤੁਸੀਂ ਤੇ ਆਪ ਮੈਥਮੈਟੀਕਲ ਕਿਟ ਵੀ ਬਣਾਉਂਦੇ ਰਹੇ, ਐਨਸੀਈਆਰਟੀ ਵੀ ਬਣਾਈ, ਬੀਐਸਸੀ ਆਫਿਸ ਵੀ ਬਣਾਈ ਬਿਲਕੁਲ ਤੁਸੀਂ। ਬਿਲਕੁਲ ਜੀ, ਮੈਂ ਐਨਸੀਈਆਰਟੀ ਵਾਸਤੇ ਮੈਥਮੈਟਿਕਸ ਕਿਟ ਡਿਵੈਲਪ ਕੀਤੀ ਹੈ, ਆਪਣੇ ਪੰਜਾਬ ਡਿਪਾਰਟਮੈਂਟ ਵਾਸਤੇ ਵੀ ਕੀਤੀ ਹੈ। ਔਰ ਮੈਂ ਹੈਰਾਨ ਹੋ ਗਿਆ ਵੀ ਦੇਖੋ ਜਿਸ ਸੋਚ ਦੇ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਕਿ ਮੈਥਮੈਟਿਕਲੀ ਜਿਹੜਾ ਪ੍ਰੈਕਟੀਕਲ ਬੱਚਿਆਂ ਨੂੰ ਸਿਖਾਇਆ ਜਾਏ, ਉਹ ਫਿਰ ਘੁੰਮ ਘੁਮਾ ਕੇ ਕਿਤੇ ਥਿਓਰੀਟੀਕਲ ਰਹਿ ਗਿਆ। ਹਾਂਜੀ 2 ਸਵਾਲ ਕਰ ਲਓ ਤੇ ਕੰਮ ਹੋ ਗਿਆ ਜੀ, ਕਾਪੀ ਤਿਆਰ ਕਰ। ਮੈਥ ਦੀ ਬਹੁਤ ਕੋਸ਼ਿਸ਼ ਹੋਈ ਸੀ, ਮੈਂ ਇਸ ਚੀਜ਼ ਨੂੰ ਖੁਦ ਅਬਜ਼ਰਵ ਕੀਤਾ ਸੀ। ਜਦੋਂ ਇਕੱਠੇ ਜਾਂਦੇ ਹੁੰਦੇ ਆ ਚੰਡੀਗੜ੍ਹ ਤਾਂ ਅਸੀਂ ਕਈ ਵਾਰ ਸਾਰਾ ਰਸਤਾ ਤੁਹਾਡੇ ਨਾਲ ਡਿਸਕਸ ਕਰਦੇ ਜਾਂਦੇ ਆ ਕਿ ਮੈਥ ਨੂੰ ਕਿਤਨਾ ਪ੍ਰੈਕਟੀਕਲ ਕਰਨਾ ਹੈਗਾ ਆ। ਤੇ ਇਹ ਕੋਈ ਗੱਲ ਕਿਨੈਸਥੈਟਿਕ ਵਾਲੀ ਗੱਲ ਹੈਗੀ ਆ ਕਿ ਕਈ ਵਾਰ ਅਸੀਂ ਸੋਚਦੇ ਕਿ ਮੈਥ ਸ਼ਾਇਦ ਚੌਕ ਟੌਕ ਨਹੀਂ ਹੋ ਜਾਣਾ ਹੈਗਾ ਆ, ਬੱਚੇ ਨੇ ਰਜਿਸਟਰ ਭਰ ਕੇ ਕਰ ਲੈਣਾ ਹੈਗਾ ਆ, ਪਰ ਆਪਾਂ ਭੁੱਲ ਜਾਂਦੇ ਹੈਗੇ ਕਿ ਮੈਥ ਤੋਂ ਤੇ ਜ਼ਿਆਦਾ ਕੋਈ ਡੂੰਗੀ ਸਾਇੰਸ ਹੀ ਨਹੀਂ ਹੈਗੀ, ਤੇ ਉਹ ਬਿਨਾਂ ਐਕਸਪੈਰੀਮੈਂਟ ਦੇ ਕਿਸ ਤਰ੍ਹਾਂ ਹੋ ਰਹੀ ਹੈ। ਮੈਥਮੈਟਿਕਸ ਇਜ਼ ਦ ਮਦਰ ਆਫ ਆਲ ਸਾਇੰਸ। ਅਸੀਂ ਇਹ ਚੀਜ਼ ਨੂੰ ਦੇਖੀਏ ਤੇ ਮੈਥਮੈਟਿਕਸ ਨੂੰ ਜੇ ਅਸੀਂ ਪ੍ਰੈਕਟੀਕਲ ਬੱਚਿਆਂ ਨੂੰ ਕਿਤੇ ਸਮਝਾਉਣ 'ਚ ਕਾਮਯਾਬ ਹੋ ਜਾਈਏ ਤੇ ਸਾਡੀ ਜਿਹੜੀ ਇੰਡੀਅਨ ਸਟੂਡੈਂਟ ਜਨਰੇਸ਼ਨ ਹੈ ਨਾ, ਬਹੁਤ ਅਗਾਂਹ ਨਿਕਲ ਜਾਈਏ, ਬਹੁਤ ਅੱਗੇ ਨਿਕਲ ਜਾਈਏ ਅਸੀਂ। ਲੇਕਿਨ ਕਿਤੇ ਅਸੀਂ ਪਿੱਛੇ ਰਹਿ ਜਾਂਦੇ ਹਾਂ ਕੁਝ ਕਮੀਆਂ ਕਰਕੇ ਕਿ ਅਸੀਂ ਪ੍ਰੈਕਟੀਕਲ ਨੂੰ ਅਸੀਂ ਗਰਾਊਂਡ ਲੈਵਲ ਤੱਕ ਪਹੁੰਚਾ ਨਹੀਂ ਪਾਉਂਦੇ, ਕਰਵਾ ਨਹੀਂ ਪਾਉਂਦੇ। ਪਰ ਇਹ ਮਤਲਬ ਕਿਨੈਸਥੈਟਿਕ ਜਿਹੜਾ ਲਰਨਰ ਹੈਗਾ ਆ, ਇਹਨੂੰ ਕਿਸੇ ਵੀ ਸ਼ਰਤ ਤੇ ਇਗਨੋਰ ਨਹੀਂ ਕੀਤਾ ਜਾ ਸਕਦਾ। ਇਹਦੇ ਬਾਰੇ ਵੀ ਆਪਾਂ ਸੋਚਣਾ ਹੈਗਾ ਆ ਕਿ ਐਜ਼ ਅ ਟੀਚਰ ਜਦੋਂ ਮੈਂ ਕਲਾਸ 'ਚ ਆਇਆ ਆ, ਮੈਂ ਕਿੰਨੇ ਮਿੰਟ ਕੁਝ ਹੱਥੀਂ ਕਰਾ ਕੇ ਬੱਚਿਆਂ ਨੂੰ ਵੇਖਿਆ ਹੈਗਾ ਆ। ਸਰਕਾਰ ਨੇ ਤਾਂ ਪ੍ਰੈਕਟੀਕਲ ਦੇ ਪੀਰੀਅਡ ਵੀ ਦੇ ਦਿੱਤੇ, ਸਾਰਾ ਕੁਝ ਉਹਨਾਂ ਵੱਲੋਂ ਕੀਤਾ, ਵੋਕੇਸ਼ਨਲਾਈਜੇਸ਼ਨ ਦੇ ਪੀਰੀਅਡ ਵੀ ਚਲਾ ਦਿੱਤੇ ਹੈਗੇ ਨੇ, ਪਰ ਐਜ਼ ਅ ਟੀਚਰ ਮੈਂ ਕੀ ਕਰ ਰਿਹਾ ਹੈਗਾ? ਅਗਰ ਮੇਰੇ 8 ਪੀਰੀਅਡ 9 ਪੀਰੀਅਡ ਲੱਗ ਰਹੇ ਹਫ਼ਤੇ ਵਿੱਚ, ਤੇ ਉਹਨਾਂ 'ਚੋਂ ਮੈਂ ਕਿੰਨਾ ਪ੍ਰੈਕਟੀਕਲ ਕੁਝ ਕੰਮ ਦੇ ਪਾ ਰਿਹਾ ਆ, ਕਰ ਪਾ ਰਿਹਾ ਹੈਗਾ? ਇਹ ਬਹੁਤ ਇੰਪੋਰਟੈਂਟ ਹੈਗਾ ਆ। ਕਿਤੇ ਨਾ ਕਿਤੇ ਇਹਦੇ ਬਾਰੇ ਸਾਨੂੰ ਸੋਚਣਾ ਪਊਗਾ ਤੇ ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ। ਤੇ ਮੈਂ ਇੱਕ ਚੀਜ਼ ਆ ਵੀ ਵੇਖੀ ਹੈ ਕਿ ਸਾਡੇ ਗਵਰਨਮੈਂਟ ਸਕੂਲਾਂ ਵਿੱਚ ਕਿਨੈਸਥੈਟਿਕ ਲਰਨਰ ਬਹੁਤ ਵੱਡੀ ਗਿਣਤੀ ਵਿੱਚ ਹੈਗੇ ਨੇ। ਬਿਲਕੁਲ ਹੈਗੇ ਨੇ ਜੀ। ਕਿਨੈਸਥੈਟਿਕ ਲਰਨਰ ਜਿਹੜੇ ਨੇ ਬਹੁਤ ਵੱਡੀ ਗਿਣਤੀ 'ਚ ਨੇ, ਔਰ ਮੈਂ ਆਪਣੇ ਨਜ਼ਰ ਦੇ ਵਿੱਚ, ਮੇਰੀ ਨਜ਼ਰ 'ਚ ਕਿਨੈਸਥੈਟਿਕ ਲਰਨਰ ਜਿਹੜੇ ਆ ਉਹਨਾਂ ਨੂੰ ਦੈਟ ਇਜ਼ ਦ ਬੈਸਟ ਲਰਨਿੰਗ ਸਟਾਈਲ ਮੰਨ। ਠੀਕ ਹੈ, ਇੰਡੀਵਿਜੂਅਲ, ਹਰ ਇੱਕ ਇੰਡੀਵਿਜੂਅਲ ਦੀ ਆਪਣੀ ਡਿਫਰੈਂਟ ਰਾਏ ਹੋਏਗੀ, ਪਰ ਮੇਰੀ ਨਜ਼ਰ ਦੇ ਵਿੱਚ ਕਿਨੈਸਥੈਟਿਕ ਲਰਨਰ ਜਿਹੜੇ ਲਰਨਿੰਗ ਸਟਾਈਲ ਹੈ ਦੈਟ ਇਜ਼ ਦ ਬੈਸਟ ਵੇ, ਜਿਹਦੇ ਨਾਲ ਕਿ ਬੰਦਾ ਇਕੱਲੀ ਥਿਊਰੀ ਨਹੀਂ ਬਲਕਿ ਪ੍ਰੈਕਟੀਕਲ ਕਰਕੇ ਉਸਦੀ ਪ੍ਰੈਕਟੀਕਲ ਯੂਜ਼ੇਬਿਲਿਟੀ ਨੂੰ ਵੀ ਸਮਝਦਾ, ਕਿਉਂਕਿ ਬਾਅਦ ਚੋਂ ਫੀਲਡ 'ਚ ਜਾ ਕੇ ਪ੍ਰੈਕਟੀਕਲੀ ਕੰਮ ਆਉਣਾ ਜੋ ਵੀ ਟਿਕਿਆ। ਠੀਕ ਹੈ, ਕੱਲੀ ਥਿਊਰੀ ਕੰਮ ਨਹੀਂ ਆਉਣੀ, ਜੋ ਮੇਰੀ ਸਮਝ ਹੈ ਕਿ ਅਨਟਿਲ ਤੁਸੀਂ ਆਪਣੇ ਹੈਂਡ ਨੂੰ ਯੂਜ਼ ਨਹੀਂ ਕੀਤਾ, ਤੁਹਾਨੂੰ ਕੋਈ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਹੈ, ਤੁਸੀਂ ਸਾਇੰਸ ਦਾ ਕੁਐਸਚਨ ਯਾਦ ਕਰ ਲਿਆ, ਜੇ ਤੁਹਾਨੂੰ ਪਤਾ ਹੀ ਨਹੀਂ ਕਿ ਲੈਬ 'ਚ ਉਹਨੂੰ ਟੈਸਟਿੰਗ ਕਿੱਦਾਂ ਕਰਨੀ ਹੈ, ਤੇ ਤੁਸੀਂ ਜਦੋਂ ਸਕੂਲ ਤੋਂ ਨਿਕਲ ਕੇ ਬਾਹਰ ਕਾਲਜ 'ਚ ਜਾਂ ਬਾਹਰ ਫੀਲਡ 'ਚ ਜਾਓਗੇ, ਹਾਊ ਯੂ ਕਮ ਟੂ ਨੋ ਡੂ ਦਾ ਪ੍ਰੈਕਟੀਕਲ ਇਨ ਦਾ ਫੀਲਡ। ਹੁਣ ਆਪਾਂ ਗੱਲ ਕਰ ਰਹੇ ਹੈਗੇ ਆ ਰੀਡ ਐਂਡ ਰਾਈਟ ਲਰਨਰ ਦੀ। ਇਹਦੀ ਵੀ ਬਹੁਤ ਇੰਪੋਰਟੈਂਸ ਰਹੀ ਤੇ ਸਦੀਆਂ ਤੋਂ ਰਹੀ ਕਿ ਬੱਚੇ ਨੇ ਲਿਖਣਾ ਤੇ ਯਾਦ ਕਰਨਾ ਤੇ ਪੜ੍ਹਨਾ, ਠੀਕ ਹੈ ਨਾ। ਉਹ ਜਿਹੜਾ ਹੈਗਾ ਆ ਉਹ ਚਲੋ ਕਾਫੀ ਹੱਦ ਤੱਕ ਅਸੀਂ ਕਰ ਵੀ ਰਹੇ ਹੈਗੇ ਆ। ਕਈ ਵਾਰ ਸਾਡੇ ਹੈਡਮਾਸਟਰ ਸਾਹਿਬ ਜਦੋਂ ਮੈਂ ਹਾਈ ਸਕੂਲ 'ਚ ਨਾ ਕਹਿੰਦੇ ਹੁੰਦੇ ਕਿ ਬੱਚਿਆਂ ਨੂੰ ਲਿਖਾ ਕੇ ਜ਼ਰੂਰ ਵੇਖੋ, ਕੋਈ ਬੱਚਾ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਲਿਖਣ ਵਿੱਚ ਜਾਂ ਪੜ੍ਹਨ ਵਿੱਚ ਰਹਿ ਜਾਂਦਾ ਹੋਵੇ। ਤੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਵੀ ਆਪਾਂ ਧਿਆਨ ਦੇਣਾ ਆ। ਤੇ ਕਹਿੰਦੇ ਲੈਂਗੁਏਜ ਟੀਚਰ ਨਾਲ ਅਸੀਂ ਕੋਸ਼ਿਸ਼ ਕਰਦੇ ਹੁੰਦੇ ਜਿਹਨੂੰ ਕਹਿੰਦੇ ਨਾ ਪੰਜਾਬੀ ਸਫ਼ੇ ਲਿਖਣਾ, ਕਿ ਬਈ ਕੁਛ ਨਾ ਕੁਛ ਲਿਖੋ। ਤੇ ਉਹ ਹੁਣ ਜਿਸ ਤਰ੍ਹਾਂ ਮੈਂ ਇਹ ਵੀ ਗੱਲ ਕਰਦਾ ਹੁੰਦਾ ਕਿ ਜਿਸ ਤਰ੍ਹਾਂ ਦੇ ਬੱਚੇ ਹੁਣ ਸਾਡੇ ਮੋਬਾਈਲ ਤੇ ਆਉਂਦੇ ਜਾ ਰਹੇ ਨੇ, ਕੰਪਿਊਟਰ ਦੇ ਨਾਲ ਜ਼ਿਆਦਾ ਹੀ ਵਾਬਸਤਾ ਹੋ ਰਹੇ ਨੇ, ਉਹਦੇ ਵਿੱਚ ਆ ਜਿਹੜਾ ਰਾਈਟਿੰਗ ਵਾਲਾ ਪੋਰਸ਼ਨ ਹੈ ਤੇ ਰੀਡਿੰਗ ਵਾਲਾ ਪੋਰਸ਼ਨ ਆ, ਇਹ ਥੋੜਾ ਘੱਟ ਰਿਹਾ ਹੈਗਾ। ਐਜ਼ ਅ ਟੀਚਰ ਤੁਸੀਂ ਕੀ ਸੋਚਦੇ? ਬਿਲਕੁਲ ਠੀਕ ਕਹਿ ਰਹੇ ਹੋ ਜੀ। ਰੀਡਿੰਗ ਸਕਿੱਲ ਔਰ ਰਾਈਟਿੰਗ ਸਕਿੱਲ ਬੋਥ ਆਰ ਦਾ ਵੈਰੀ ਇੰਪੋਰਟੈਂਟ ਸਕਿੱਲ। ਤੁਸੀਂ ਦੇਖਿਆ ਹੋਏਗਾ ਆਈਲੈਟ ਦੇ ਵਿੱਚ ਰੀਡਿੰਗ, ਰਾਈਟਿੰਗ ਐਂਡ ਲਿਸਨਿੰਗ ਸਕਿੱਲ ਨੂੰ ਫੋਰ ਸਕਿੱਲ ਜਿਹੜੀਆਂ ਕਰਦੇ ਜੀ। ਦੇਖੋ ਜੇ ਬੱਚਾ ਸਹੀ ਤਰੀਕੇ ਰੀਡ ਹੀ ਨਹੀਂ ਕਰ ਪਾ ਰਿਹਾ ਤੇ ਹਾਊ ਹੀ ਕੈਨ ਅੰਡਰਸਟੈਂਡ ਦ ਕਨਸੈਪਟ ਵਿਚ ਦ ਟੀਚਰ ਵਾਂਟ ਟੂ ਟੀਚ ਇਨ ਦ ਕਲਾਸਰੂਮ। तो सेकेंडली रीडिंग बहुत इंपॉर्टेंट है। ਤੁਸੀਂ ਆਪਣਾ ਪੁਰਾਣਾ ਸਮਾਂ ਯਾਦ ਕਰੋ, ਅਸੀਂ ਨਾ ਕਾਮਿਕਸ ਪੜ੍ਹਦੇ ਹੁੰਦੇ ਸੀ। ਹਾਂਜੀ, ਪੰਚਤੰਤਰ ਦੀ ਕਹਾਣੀਆਂ ਪੜ੍ਹਦੇ ਹੁੰਦੇ ਸੀ। ਠੀਕ ਹੈ, ਪੜ੍ਹਦੇ ਸੀ ਨਾ ਜੀ, ਪੜ੍ਹਦੇ ਸੀ। ਔਰ ਦੂਸਰੇ ਪਾਸੇ ਜੇ ਅਸੀਂ ਉਹਨੂੰ ਕਹੀਏ ਇੱਕ ਵਰਡ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਬਜ਼ੁਰਗ ਹੈ ਸਾਨੂੰ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਵੀ ਹੁੰਦੇ ਸੀਗੇ। ਉਹ ਲਿਸਨਿੰਗ ਸਕਿੱਲ ਸੀਗੀ ਸਾਡੀ, ਕਿ ਅਸੀਂ ਉਹਨਾਂ ਦੀ ਕਹਾਣੀਆਂ ਨੂੰ ਸੁਣ ਕੇ ਉੱਥੋਂ ਜਿਹੜਾ ਮੈਸੇਜ, ਦਾ ਹਿਡਨ ਮੈਸੇਜ ਜਿਹੜਾ ਉਹਦੇ 'ਚ ਛੁਪਿਆ ਸੀ ਉਹਨੂੰ ਸਮਝਦੇ ਸੀ। ਇਹ ਸਭ ਚੀਜ਼ਾਂ ਸਾਡੇ ਕਲਚਰ ਦਾ ਹਿੱਸਾ ਸਨ, ਲੇਕਿਨ ਕਿਤੇ ਨਾ ਕਿਤੇ ਉਹ ਗੁੰਮ ਹੋ ਗਏ ਜੀ। ਰਾਈਟਿੰਗ ਸਕਿੱਲ ਜਿਹੜੀ ਹੈ, ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਸਫ਼ੇ ਲਿਖਣਾ ਬਿਲਕੁਲ, ਜਿਹੜੇ ਪੇਜ ਲਿਖਣੇ ਜਿਹੜੇ ਨੇ, ਰਾਈਟਿੰਗ ਕਰਨ ਦੇ ਨਾਲ ਜਦੋਂ ਤੁਸੀਂ ਲਿਖਦੇ ਹੋ ਕੁਛ ਨਾ ਕੁਛ ਚੀਜ਼, ਉਹਦਾ ਕੁਝ ਪਰਸੈਂਟੇਜ ਤੁਹਾਡੇ ਦਿਮਾਗ ਦੇ ਉਹਦੀ ਇਮੇਜ ਜਿਹੜੀ ਹੈ ਰਹਿ ਜਾਂਦੀ ਹੈ, ਉਹ ਤੁਸੀਂ ਕਰ ਪਾਉਂਦੇ। ਸੁਣੋ ਨਾ, ਸ਼ਬਦਾਂ ਦੀ ਵੀ ਤਾਂ ਕੀ ਇਮੇਜ ਹੈ।
ਉਹ ਆਪਾਂ ਮਤਲਬ ਉਹਨੂੰ ਸ਼ਬਦ ਨੂੰ ਵੇਖਦੇ ਹੀ ਮਤਲਬ ਗੈਸ ਕਰ ਲੈਂਦੇ ਆ, ਉਹਦਾ ਮੀਨਿੰਗ ਸਾਡੇ ਜ਼ਿਹਨ ਵਿੱਚ ਉਤਰ ਜਾਂਦਾ ਨਾ। ਉਹ ਸ਼ਬਦ ਆਪਾਂ ਹੌਟ ਕਹਿ ਰਹੇ ਹਾਂ ਤਾਂ ਸਾਨੂੰ ਗਰਮ ਲੱਗਣ ਦਾ ਪਿਆ ਹੈ, ਕੋਲਡ ਕਹਿ ਰਹੇ ਹਾਂ ਤਾਂ ਕੋਲਡ ਲੱਗਣ ਦਾ, ਜਦ ਦੇਖ ਕੇ ਹੀ ਉਹਨੂੰ ਸਾਨੂੰ ਅਹਿਸਾਸ ਹੋ ਜਾਂਦਾ ਹੈਗਾ। ਤੇ ਇੱਕ ਐਕਸਪੈਰੀਮੈਂਟ ਹੁੰਦਾ ਸੀ ਕਿ ਕਈ ਵਾਰ ਨਾ ਕੁਝ ਇੱਕ ਪੈਰਾਗ੍ਰਾਫ ਆਉਂਦਾ ਜਿੱਥੇ ਨਾ ਆਲਮੋਸਟ ਸਾਰੇ ਸਪੈਲਿੰਗ ਉਲਟੇ ਜਾਂ ਗਲਤ ਲਿਖੇ ਹੋਏ ਨੇ, ਮਗਰ ਫਿਰ ਵੀ ਆਪਾਂ ਉਹਨੂੰ ਪੜ੍ਹ ਲੈਂਦੇ ਹਾਂ ਕਿਉਂਕਿ ਅਸੀਂ ਉਹਨੂੰ ਐਜ਼ ਏ ਇੰਡੀਵਿਜੂਅਲ ਲੈਟਰ ਨਹੀਂ ਪੜ੍ਹ ਰਹੇ, ਉਹ ਐਜ਼ ਏ ਵਰਡ ਸਾਡੇ ਜ਼ਿਹਨ ਵਿੱਚ ਹੈਗਾ ਹੈ ਤੇ ਅਸੀਂ ਉਹਨੂੰ ਆਰਾਮ ਨਾਲ ਪੜ੍ਹ ਰਹੇ ਹੈਗੇ ਆ। ਇਟ ਇਜ਼ ਆਲ ਡਿਊ ਟੂ ਦ ਰੀਡਿੰਗ ਸਕਿੱਲ। ਹਰ ਬੱਚੇ ਨੂੰ ਇੱਕ ਰੀਡਿੰਗ ਸਕਿੱਲ ਡਿਵੈਲਪ ਕਰਨੀ ਹੀ ਚਾਹੀਦੀ ਹੈ। ਜਦੋਂ ਤੁਸੀਂ ਫੀਲਡ ਤੇ ਜਾਂਦੇ ਹੋ, ਪ੍ਰੈਕਟੀਕਲ ਲਾਈਫ ਨੂੰ ਜੀਂਦੇ ਹੋ, ਤੁਸੀਂ ਜੇ ਰੀਡ ਸਹੀ ਤਰੀਕੇ ਕਰ ਸਕਦੇ ਹੋ ਤਾਂ ਹੀ ਤੁਸੀਂ ਇਨਫੋਰਮੇਸ਼ਨ ਨੂੰ ਸਮਝ ਸਕਦੇ ਹੋ। ਜੇ ਤੁਸੀਂ ਕਿਸੇ ਇਨਫੋਰਮੇਸ਼ਨ ਨੂੰ ਰੀਡ ਹੀ ਨਹੀਂ ਕਰ ਸਕਦੇ, ਰਾਈਟ ਹੀ ਨਹੀਂ ਕਰ ਸਕਦੇ, ਤੇ ਤੁਸੀਂ ਉਹਨੂੰ ਅੰਡਰਸਟੈਂਡ ਵੀ ਜਿਹੜਾ ਨਹੀਂ ਕਰ ਤੇ ਬੜੇ ਸੌਖੇ ਤਰੀਕੇ ਨਾਲ ਹੋ ਸਕਦਾ ਜੀ। ਇਹ ਤੇ ਕੋਈ ਬਹੁਤ ਔਖੀ ਗੱਲ ਨਹੀਂ ਹੈ। ਕੁਝ ਫਲੈਸ਼ ਕਾਰਡ ਲਿਖੇ ਹੋਏ ਤੇ ਮੈਂ ਤਾਂ ਉੱਥੋਂ ਤੱਕ ਐਜ਼ ਅ ਲੈਂਗੁਏਜ ਟੀਚਰ ਕਈ ਵਾਰ ਨਾ ਬੱਚਿਆਂ ਨੂੰ ਹੋਮਵਰਕ ਦੇਣਾ ਹੁੰਦਾ ਕਿ ਜਿਹੜੇ ਤੁਸੀਂ ਸ਼ਹਿਰ ਜਾਣਾ ਜਿੰਨਾ ਜਿੰਨੇ ਬੋਰਡ ਆਉਣੇ ਆ ਨਾ ਸਾਰੇ ਪੜ੍ਹਨੇ ਹੈਗੇ ਜੇ ਤੇ ਮੈਨੂੰ ਆ ਕੇ ਦੱਸਣਾ ਤੇ ਉਹ ਕੀ ਕਰਦੇ ਸੀ, ਪਹਿਲਾਂ ਪੜ੍ਹ ਰਹੇ ਨੇ, ਬਾਅਦ ਉਹਨੂੰ ਲਿਖ ਰਹੇ ਨੇ ਤੇ ਅਗਲੇ ਦਿਨ ਨੂੰ ਆ ਕੇ ਦੱਸ ਰਹੇ ਹੈਗੇ ਨੇ। ਤੇ ਇਹ ਮਤਲਬ ਰੀਡਿੰਗ ਤੇ ਰਾਈਟਿੰਗ ਤੋਂ ਬਿਨਾਂ ਤੇ ਚਲੋ ਸਿੱਖਿਆ ਦਾ ਕੋਈ ਸਕੋਪ ਹੀ ਨਹੀਂ ਹੈਗਾ। ਤੇ ਖਾਸ ਕਰਕੇ ਮੈਂ ਤੁਹਾਨੂੰ ਬਾਰ-ਬਾਰ ਯਾਦ ਦਿਲਾ ਰਿਹਾ ਕਿ ਮੋਬਾਈਲ ਦੇ ਯੁੱਗ ਵਿੱਚ ਸਾਡੀ ਡਿਊਟੀ ਐਜ਼ ਅ ਟੀਚਰ ਹੋਰ ਜ਼ਿਆਦਾ ਵੱਧ ਗਈ ਆ। ਇਸ ਤੋਂ ਬਾਅਦ ਮੋਬਾਈਲ ਨੇ ਕਿਤੇ ਨੁਕਸਾਨ ਕੀਤਾ ਜੀ। ਰਾਈਟਿੰਗ ਰੀਡਿੰਗ ਸਕਿੱਲ ਤੇ ਚਲੋ ਫਿਰ ਬੱਚੇ ਪੜ੍ਹਦੇ ਪਏ ਨੇ ਉਤੋਂ ਮੋਬਾਈਲ ਤੋਂ, ਲੇਕਿਨ ਰਾਈਟਿੰਗ ਸਕਿੱਲ ਭੁੱਲ ਗਏ। ਈਵਨ ਕਿ ਉਹਨਾਂ ਨੂੰ ਸਪੈਲਿੰਗ ਭੁੱਲ ਗਏ ਨੇ, ਟੀਚਰ ਨੂੰ ਭੁੱਲ ਗਏ ਨੇ ਬੱਚੇ। ਤੇ ਬਾਅਦ ਸ਼ਾਰਟ ਫਾਰਮ ਲਿਖਣ ਦਾ ਵੀ ਜਦੋਂ ਅਸੀਂ ਮੈਸੇਜ ਟਾਈਪ ਕਰਦੇ ਆ ਆਟੋਮੈਟਿਕਲੀ ਆਟੋ ਡਿਕਸ਼ਨਰੀ ਆਨ ਹੁੰਦੀ ਆ, ਡਿਕਸ਼ਨਰੀ ਤੋਂ ਵਰਡ ਪੂਰਾ ਆ ਜਾਂਦਾ, ਵਰਡ ਪਹਿਲੇ ਭੁੱਲ ਜਾਂਦੇ। ਮੈਂ ਉਸ ਗੱਲ ਦੇ ਵਿੱਚ ਚਲੋ ਸਹਿਮਤ ਹੋ ਜਾਣਾ ਕਿਸੇ ਹੱਦ ਤੱਕ ਕਿ ਤੁਸੀਂ ਆਟੋ ਵਰਡ ਲੈ ਲੈਂਦੇ ਜੇ, ਮਗਰ ਮੈਂ ਟੀਚਰਸ ਨੂੰ ਵੇਖਿਆ ਹੈ ਚੈਟਿੰਗ ਕਰਦੇ ਹੋਏ, ਉਹ ਕੀ ਨਾ ਆ ਪੂਰਾ ਸ਼ਬਦ ਲਿਖ ਹੀ ਨਹੀਂ ਰਿਹਾ, ਨਹੀਂ ਲਿਖ ਆਈ ਐਮ ਨੂੰ ਐਮ ਲਿਖੀ ਜਾ ਰਹੇ ਨੇ ਇਕੱਲਾ ਹੀ। ਤੇ ਉਹ ਮੈਂ ਸੋਚਦਾ ਹੁੰਦਾ ਕਿ ਇਹ ਟੀਚਰ ਵੀ ਨਹੀਂ ਅਗਰ ਕਰ ਪਾ ਰਿਹਾ ਤੇ ਬੱਚਾ ਕਿਸ ਤਰ੍ਹਾਂ ਕਰੇਗਾ। ਕੰਮ ਨੂੰ UCUM ਲਿਖੀ ਜਾ ਰਿਹਾ ਹੈਗਾ ਤੇ ਉਹ ਇਹ ਅਸੀਂ ਜਿਹੜਾ ਸ਼ਬਦ ਤੋੜਨ ਦੀ ਖਾਣ ਦੀ ਤੇ ਆਪਣੇ ਹਿਸਾਬ ਨਾਲ ਨਵੇਂ ਇਜਾਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਕਿਤੇ ਨਾ ਕਿਤੇ ਮੋਬਾਈਲ ਜਾਂ ਰੀਡਿੰਗ ਰਾਈਟਿੰਗ ਵਾਲਿਆਂ ਦੇ ਨਾਲ ਬਹੁਤ ਧੱਕਾ ਕਰਦਾ ਹੈ। ਇਹ ਕਿਤੇ ਨਾ ਕਿਤੇ ਇੰਨੀ ਪੜ੍ਹਾਈ ਤੋਂ ਬਾਅਦ ਵੀ ਅਸੀਂ ਅਨਪੜ੍ਹ ਫਿਰ ਹੋ ਜਾਣਾ ਹੈਗਾ ਆ ਕਿ ਅਸੀਂ ਫਿਰ ਗਲਤ ਲਿਖ ਰਹੇ ਮਤਲਬ ਅਤੇ ਉਹ ਸਾਨੂੰ ਲੱਗਣ ਡਿਆ ਟਾਈਮ ਬਚਣ ਡਿਆ ਹੈਗਾ, ਟਾਈਮ ਤਾਂ ਬਚਣ ਡਿਆ ਹੈਗਾ ਆ, ਪਰ ਜਿਹਨੂੰ ਆਪਾਂ ਚੈਟਿੰਗ ਕਰ ਰਹੇ ਹਾਂ, ਜਿਹਨੂੰ ਆਪਾਂ ਗੱਲ ਕਹਿ ਰਹੇ ਹਾਂ, ਅਗਰ ਉਹ ਇੰਨਾ ਹੀ ਸਾਨੂੰ ਜਲਦੀ ਸੀ ਤੇ ਆਪਾਂ ਉਹਨਾਂ ਗੱਲ ਹੀ ਕਿਉਂ ਕਰ ਰਹੇ ਹਾਂ ਜਾਂ ਘੱਟ ਕਰ ਲਈਏ। ਬਿਲਕੁਲ ਠੀਕ, ਬਿਲਕੁਲ ਠੀਕ। ਤੇ ਉਸ ਤੋਂ ਬਾਅਦ ਟੈਕਟਾਈਲ ਲਰਨਰ ਦੇ ਬਾਰੇ ਆਪਾਂ ਆਈਏ, ਕੈਨੈਸਥੈਟਿਕ ਆਪਾਂ ਸਮਝ ਲਿਆ ਗਏ ਨੇ। ਇਹ ਤੋਂ ਹੀ ਮਿਲਦਾ ਜੁਲਦਾ ਕੁਛ ਇਹ ਹੈਗਾ ਆ ਕਿ ਜਿਹੜਾ ਇਨਸਾਨ ਸੈਂਸਸ ਤੋਂ ਕੋਈ ਚੀਜ਼ ਨੂੰ ਗ੍ਰੈਬ ਕਰਨਾ ਚਾਹੁੰਦਾ ਹੈਗਾ, ਇਹਦੇ ਬਾਰੇ ਥੋੜੀ ਰੋਸ਼ਨੀ ਪਾਈਓ। ਦੇਖੋ ਬਹੁਤ ਇੰਪੋਰਟੈਂਟ ਸਕਿੱਲ ਹੈ ਇਹ, ਬਹੁਤ ਹਾਈ ਲੈਵਲ ਦਾ, ਜਿਹਨੂੰ ਅਸੀਂ ਲੈਵਲ ਦੇ ਰੂਪ 'ਚ ਜਾਈਏ ਨਾ, ਸਭ ਤੋਂ ਸਿੰਪਲ ਲਿਸਨਿੰਗ, ਸੁਣਿਆ ਤੇ ਸਿੱਖ ਲਿਆ, ਵਿਜ਼ੂਅਲੀ ਦੇਖਿਆ ਤੇ ਬਦਲਾ, ਪ੍ਰੈਕਟੀਕਲੀ ਹੱਥ ਕਰਕੇ। ਲੇਕਿਨ ਕਈ ਹੁੰਦੇ ਨੇ ਕਿ ਜਦ ਤੱਕ ਮੈਨੂੰ ਉਹ ਚੀਜ਼ ਨੂੰ ਦੇਖਾਂਗਾ ਨਹੀਂ, ਮੈਨੂੰ ਉਸ ਚੀਜ਼ ਬਾਰੇ ਪੂਰੀ ਪ੍ਰੈਕਟੀਕਲੀ ਪਤਾ ਨਹੀਂ ਲੱਗੇਗਾ। ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਵੀ ਹਾਂ ਜਿਹੜਾ ਇਹ ਗੁਲਾਬ ਦੀ ਹੈ ਖੁਸ਼ਬੂ ਹੁੰਦੀ ਹੈ ਜੀ, ਜਿਵੇਂ ਸੈਂਸਸ ਨਾਲ ਲਾਣਾ ਚਾਹੁੰਦਾ ਹੈ। ਬਿਲਕੁਲ। ਦੇਖੋ ਹੁਣ ਕਈ ਜਗ੍ਹਾ ਦੀ ਸ਼ਬਦ ਗੂੰਗਾ ਗੁੜ ਖਾ ਕੇ ਕਿੱਦਾਂ ਕਹੇਗਾ ਮਿੱਠਾ, ਹਾਂਜੀ ਅੱਛਾ ਦੱਸੇਗਾ ਕਿਸ ਤਰ੍ਹਾਂ, ਉਹ ਬੋਲ ਹੀ ਨਹੀਂ ਸਕਦਾ ਪਿਆ, ਠੀਕ ਹੈ। ਲੇਕਿਨ ਜਦ ਤੱਕ ਕੋਈ ਆਦਮੀ ਗੁੜ ਖਾਏਗਾ ਨਹੀਂ, ਉਹ ਕਿੱਦਾਂ ਦੱਸ ਸਕਦਾ ਹੈ ਕਿ ਇਹ ਚੀਜ਼ ਮਿੱਠੀ ਹੈ ਜਾਂ ਫਿੱਕੀ ਹੈ, ਕੀ ਸਵਾਦ ਕੀ ਹੈ। ਜਿਹੜੇ ਟੈਕਟਾਈਲ ਲਰਨਰ ਨੇ ਇਸ ਸਟਾਈਲ ਦੇ ਵਿੱਚ ਉਹ ਉਸ ਚੀਜ਼ ਨੂੰ ਫੀਲ ਕਰਕੇ, ਵੇਖ ਕੇ, ਟੇਸਟ ਕਰਕੇ, ਸਮੈਲ ਕਰਕੇ, ਸੁਣ ਕੇ ਜਾਂ ਉਸ ਨੂੰ ਪੂਰਾ ਹੋਲ ਐਜ਼ ਏ ਹੋਲ ਇੰਜੋਏ ਕਰਕੇ ਫਿਰ ਉਸ ਤੋਂ ਸਿੱਖਣ ਦੀ ਜਿਹੜੀ ਉਹ ਕਰਦੇ ਨੇ। ਔਰ ਦੈਟ ਇਜ਼ ਦਾ ਅਲਟੀਮੇਟ ਫਾਰਮ ਆਫ ਲਰਨਿੰਗ। ਕੋਈ ਗੱਲ ਮੈਂ ਇਹਨੂੰ ਇਸ ਤਰ੍ਹਾਂ ਹੀ ਸਮਝਦਾ ਕਿ ਜੋ ਕੁਝ ਇਨਸਾਨ ਨੇ ਹਜ਼ਾਰਾਂ ਸਾਲਾਂ ਸਿੱਖਿਆ ਹੋਊਗਾ ਉਹ ਇਹਨਾਂ 5 ਸੈਂਸਸ ਤੋਂ ਹੀ ਸਿੱਖਿਆ ਹੋਊਗਾ। ਬਿਲਕੁਲ। ਹੋਰ ਉਹਦੇ ਕੋਲ ਕੀ ਰਸਤਾ ਸੀ ਕਿ ਜਾਂ ਤਾਂ ਉਹਨੇ ਵੇਖਿਆ ਹੋਏਗਾ ਜਾਂ ਸੁਣਿਆ ਹੋਏਗਾ ਜਾਂ ਸੁਣ ਕੇ ਪਤਾ ਲੱਗਾ ਹੋਊਗਾ ਉਹਨੂੰ, ਜਾਂ ਉਹਨੇ ਕੋਈ ਸਮੈਲ ਕੀਤਾ ਹੋਏਗਾ, ਠੀਕ ਹੈ ਨਾ, ਜਾਂ ਉਹਨੇ ਕੋਈ ਫੀਲ ਕੀਤਾ ਹੋਏਗਾ। ਮਤਲਬ ਇਹ ਜਿਹੜੀਆਂ 5 ਸੈਂਸਸ ਹੈਗੀਆਂ ਜਾਂ ਟੇਸਟ ਕੀਤਾ ਹੋਏਗਾ, ਇਹ 5 ਸੈਂਸਸ ਤੋਂ ਹੀ ਸਾਰਾ ਗਿਆਨ ਸਾਡੇ ਅੰਦਰ ਗਿਆ ਹੋਊਗਾ ਨਾ। ਤੇ ਹੁਣ ਅਸੀਂ ਅਗਰ ਉਹਨੂੰ ਲਿਮਿਟ ਕਰ ਦਈਏ ਕੁਝ ਚੌਕ ਐਂਡ ਟਾਕ ਤੱਕ, ਤੇ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ। ਉਹ ਲਰਨਿੰਗ ਸਟਾਈਲ ਜਿਹੜੀ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਆਪਾਂ ਜੈਨੇਟਿਕਲੀ ਚੀਜ਼ਾਂ ਸਿੱਖਦੇ ਆਏ ਹਾਂ, ਜੋ ਸਾਡੇ ਆਤਮਸਾਤ ਅੰਦਰ ਹੈਗੀਆਂ ਨੇ, ਉਹਨੂੰ ਹੁਣ ਆਪਾਂ ਸਕੂਲ ਵਿੱਚ ਚੌਕ ਐਂਡ ਟਾਕ ਨਹੀਂ ਅਗਰ ਲਿਮਿਟ ਕਰਨਾ ਚਾਹੁੰਦੇ ਆ, ਜਾਂ ਆਪਾਂ ਮੇਰਾ ਇੱਕ ਮੈਥਡ ਹੈ, ਮੈਂ ਕਹਿੰਦਾ ਮੇਰਾ ਜੀ ਲੈਕਚਰ ਮੈਥਡ ਮੇਰਾ ਬਹੁਤ ਜ਼ਿਆਦਾ ਹੈਗਾ, ਮੈਂ ਹਰ ਚੀਜ਼ ਨੂੰ ਲੈਕਚਰ ਦੇ ਨਾਲ ਸਮਝਾ ਦਿੰਦਾ ਹੈਗਾ, ਜਾਂ ਮੈਂ ਬਹੁਤ ਅੱਗੇ ਵਧਿਆ ਤੇ ਮੈਂ ਨਾ ਡੈਮੋਸਟ੍ਰੇਸ਼ਨ ਨਾਲ ਸਮਝਾ ਦਿੰਦਾ, ਪਰ ਮੈਂ ਭੁੱਲ ਜਾਂਦਾ ਆ ਕਿ ਜਿਹੜਾ ਬੱਚਾ ਆਇਆ ਹੈਗਾ ਉਹ ਤੇ ਅਲੱਗ-ਅਲੱਗ ਲਰਨਿੰਗ ਸਟਾਈਲ ਨੂੰ ਲੈ ਕੇ ਆਇਆ। ਤੇ ਇੱਕ ਹੋਰ ਗੱਲ, ਭਾਵੇਂ ਅਲੱਗ-ਅਲੱਗ ਲਰਨਿੰਗ ਸਟਾਈਲ, ਉਹਦੇ ਵਿੱਚ
ਇੱਕ ਲੈਵਲ ਤੋਂ ਜ਼ਿਆਦਾ ਨੇ, ਮਗਰ ਬਾਕੀ ਸਾਰੇ ਸਟਾਈਲ ਵੀ ਉਹਦੇ ਅੰਦਰ ਹੈਗੇ ਨੇ। ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਉਹ ਸਿਰਫ ਆਡੀਓ ਹੈ, ਉਹ ਸਿਰਫ ਵੀਡੀਓ ਹੈ, ਕਿਨੈਸਥੈਟਿਕ ਆ। ਹਾਂ, ਪ੍ਰਧਾਨ ਆ ਉਹਦੇ ਅੰਦਰ, ਉਹਦੀ ਪ੍ਰਧਾਨਤਾ ਆ ਕਿ ਕੋਈ ਬੱਚਾ ਸੈਂਸਸ ਨਾਲ ਜ਼ਿਆਦਾ ਸਿੱਖਣਾ ਚਾਹੁੰਦਾ, ਕੋਈ ਹੱਥ ਨਾਲ ਕਰਕੇ ਸਿੱਖਣਾ ਚਾਹੁੰਦਾ। ਮਗਰ ਐਜ਼ ਏ ਟੀਚਰ ਮੈਨੂੰ ਪਛਾਣਨਾ ਪਊਗਾ ਕਿ ਅਗਰ ਮੇਰੇ ਕੋਲ 6 ਸਟਾਈਲਸ ਹੈਗੇ ਨੇ ਤੇ ਮੈਂ ਕਲਾਸਰੂਮ ਵਿੱਚ ਉਹ 6 ਸਟਾਈਲਸ ਦਾ ਇਸਤੇਮਾਲ ਕਰਨਾ ਆ, ਉਹਦੇ ਬਿਨਾ ਕਲਾਸਰੂਮ ਪੂਰਾ ਨਹੀਂ ਹੋ ਸਕਦਾ। ਇੱਥੇ ਹੀ ਟੀਚਰ ਦਾ ਰੋਲ ਬੜਾ ਇੰਪੋਰਟੈਂਟ ਹੋ ਜਾਂਦਾ ਸਰ, ਕਿ ਟੀਚਰ ਨੇ ਬੱਚੇ ਦੀ ਐਬਿਲਿਟੀ ਨੂੰ ਪਹਿਚਾਨਣਾ ਹੈ ਕਿ ਮੇਰੇ ਸਾਹਮਣੇ ਜਿਹੜੇ ਇੰਨੇ ਸਾਰੇ 25 30 ਜਾਂ 40 ਬੱਚਿਆਂ ਦੀ ਕਲਾਸ ਬੈਠੀ ਹੈ, ਉੱਥੇ ਬੱਚਿਆਂ ਦੀ, ਕਿਉਂਕਿ ਹਰ ਇੰਡੀਵਿਜੂਅਲ ਡਿਫਰੈਂਟ ਹੈ, ਹਰ ਇੰਡੀਵਿਜੂਅਲ ਦਾ ਸਿੱਖਣ ਸਿਖਾਉਣ ਦਾ ਢੰਗ ਅਲੱਗ ਹੈ। ਅਸੀਂ ਇੱਕ ਚੀਜ਼ ਦੂਜੇ ਤੇ ਥੋਪ ਨਹੀਂ ਸਕਦੇ। ਨੋ ਡਾਊਟ ਤੁਹਾਡੀ ਵਾਲੀ ਗੱਲ ਬਿਲਕੁਲ ਠੀਕ ਹੈ ਕਿ ਬੱਚਾ ਬੜੇ ਤਰੀਕਿਆਂ ਨਾਲ ਸਿੱਖ ਸਕਦਾ ਹੈ, ਲੇਕਿਨ ਬੈਸਟ ਤਰੀਕੇ ਨਾਲ ਕੀ ਸਿੱਖ ਸਕਦਾ? ਕੰਮ ਕਰਨ ਦੇ ਬਹੁਤ ਸਾਰੇ ਢੰਗ ਨੇ। ਅਸੀਂ ਇਹ ਦੇਖਦੇ ਹਾਂ ਵੀ ਬੈਸਟ ਢੰਗ ਕਿਹੜਾ ਜਿਹਦੇ ਨਾਲ ਕੰਮ ਕੀਤਾ ਜਾ ਸਕਦਾ ਹੈ, ਔਰ ਵੀ ਸ਼ੁਡ ਅਡਾਪਟ ਦੈਟ ਵੇ। ਅਸੀਂ ਵੀ ਇੰਝ ਤੇ ਕਰਦੇ ਹਾਂ। ਪਹਿਲੇ ਦੇਖਦੇ ਹਾਂ ਵੀ ਕੰਮ ਕਰਨ ਨੂੰ, ਮੇਰੇ ਦੋਸਤ ਨੇ ਬੜੀ ਇੰਪੋਰਟੈਂਟ ਗੱਲ ਕਹਿੰਦੇ ਕਿ ਕਿਸੇ ਕੰਮ ਕਰਨ ਨੂੰ ਮੈਨੂੰ 20 ਘੰਟੇ ਮਿਲਣਗੇ ਤੇ ਮੈਂ 8 ਤੋਂ 10 ਘੰਟੇ ਇਹ ਦੇਖਦਾ ਕਿਹੜੇ ਡਿਫਰੈਂਟ ਤਰੀਕਿਆਂ ਨਾਲ ਉਹ ਕੰਮ ਕਰ ਸਕਦਾ। ਬੈਸਟ ਵੇ ਕੀ ਹੈ, ਬੈਸਟ ਵੇਜ਼ ਕਿਹੜੇ ਨੇ, ਉਹ ਬੈਸਟ ਵੇਜ਼ ਦੇ ਵਿੱਚੋਂ ਫਿਰ ਉਹ ਬੈਸਟ ਵੇ ਚੁਣ ਕੇ ਮੈਂ ਉਹਦੇ ਤੇ ਮਿਹਨਤ ਲਗਾਵਾਂਗਾ। ਇੱਕ ਬੈਸਟ ਵੇ ਚੁਣ ਕੇ ਉਹਦੇ ਤੇ 2-4 ਘੰਟਿਆਂ ਦੇ ਕੰਮ ਕਰਕੇ ਖਤਮ ਕਰ ਦਿਆਂ ਜੀ। ਔਰ ਇਸ ਤਰੀਕੇ ਨਾਲ ਟੀਚਰ ਦੀ ਇੱਕ ਰਿਸਪੌਂਸਿਬਿਲਿਟੀ ਵੀ ਬਣਦੀ ਹੈ ਕਿ ਬੀਇੰਗ ਅ ਟੀਚਰ, ਕਿ ਉਹਨੇ ਦੇਖਣਾ ਹੈ ਕਿ ਮੇਰੇ ਬੱਚੇ ਦੀ ਐਬਿਲਿਟੀ ਕੀ ਹੈ, ਕਿਸ ਤਰੀਕੇ ਮੇਰੀ ਗੱਲ ਬੱਚੇ ਤੱਕ ਪਹੁੰਚ ਸਕਦੀ ਹੈ ਜਾਂ ਬੱਚਾ ਮੇਰੀ ਗੱਲ ਨੂੰ ਸਮਝ ਸਕਦਾ ਹੈ, ਔਰ ਉਹ ਵੇ ਜਿਹੜਾ ਹੈ ਉਹ ਲਰਨਿੰਗ ਸਟਾਈਲ ਦੇ ਨਾਲ ਕਰ ਸਕਦਾ ਹੈ। ਹੁਣ ਇਹਦੇ ਵਿੱਚ ਗੱਲ ਆਉਂਦੀ ਹੈਗੀ, ਜਿਸ ਤਰ੍ਹਾਂ ਆਪਾਂ ਹੁਣ ਤੱਕ ਡਿਸਕਸ ਕੀਤਾ ਕਿ ਸਾਡੇ ਸਾਹਮਣੇ ਗੱਲ ਆ ਗਈ ਕਿ ਆਪਾਂ ਕੁਝ ਬੱਚੇ ਆਡੀਟਰੀ ਵਾਲੇ ਹੈਗੇ ਨੇ, ਕੁਝ ਵਿਜ਼ੂਅਲ ਹੈਗੇ ਨੇ, ਕੁਝ ਕਿਨੈਸਥੈਟਿਕ ਹੈਗੇ ਨੇ, ਕੁਝ ਟੈਕਟਾਈਲ ਹੈਗੇ ਨੇ, ਤੇ ਇਹਨਾਂ ਸਾਰਿਆਂ ਨੂੰ ਆਪਾਂ ਸੰਭਾਲਣਾ ਹੈ ਪੂਰੀ ਕਲਾਸ ਵਿੱਚ, ਇਹਨਾਂ ਸਾਰਿਆਂ ਨੂੰ ਡੀਲ ਕਰਨਾ ਆ। ਇਹ ਸਾਡੇ ਹੀ ਬੱਚੇ ਨੇ ਤੇ ਉਹ ਜਿਹੜਾ ਅਲੱਗ-ਅਲੱਗ ਮੈਨੂ ਲੈ ਕੇ ਆਏ ਨੇ, ਕਿ ਮੈਂ ਜਿੱਦਾਂ ਮੈਂ ਕਹਿੰਦਾ ਉਹਨਾਂ ਐਗਜ਼ਾਮਪਲ ਲੈ ਰਿਹਾ ਕਿ ਰੈਸਟੋਰੈਂਟ ਵਿੱਚ ਮੈਂ ਆਹ ਖਾਣਾ ਹੈ, ਤੇ ਜੋ ਖਾਣਾ ਹੈਗਾ ਉਹ ਬਣਿਆ ਹੈਗਾ ਐਜ਼ ਅ ਟੀਚਰ ਅਸੀਂ ਉਹ ਪੇਸ਼ ਕਰਨਾ ਹੈਗਾ ਆ। ਅਗਰ ਆਪਾਂ ਕਿਸੇ ਆਪਣੇ ਇੱਕ ਮੈਥਡ ਤੇ ਰਹਿ ਜਾਂਦੇ ਹੈਗੇ ਆ ਤੇ ਉਹ ਬੱਚੇ ਦੇ ਨਾਲ ਨਿਆਂ ਨਹੀਂ ਹੋ ਪਾਊਗਾ, ਜਿਹੜਾ ਆਪਣਾ ਲਰਨਿੰਗ ਸਟਾਈਲ ਲੈ ਕੇ ਕਲਾਸਰੂਮ 'ਚ ਆਇਆ ਸੀ ਤੇ ਤੁਸੀਂ ਆਪਣਾ ਮੈਥਡ ਉਹਨੂੰ ਦੇਖ ਕੇ ਚੱਲੇ ਜੇ। ਕਿਉਂਕਿ ਅੱਜ ਦਾ ਜੋ ਟੌਪਿਕ ਹੀ ਉਹ ਬਾਰ-ਬਾਰ ਮੈਂ ਇਸੇ ਗੱਲ ਤੇ ਲਿਆ ਰਿਹਾ ਹੈਗਾ ਆ ਕਿ ਅਸੀਂ ਬਹੁਤ ਜ਼ਿਆਦਾ ਸੈਮੀਨਾਰਾਂ ਵਿੱਚ ਟੀਚਿੰਗ ਮੈਥਡ ਪੜ੍ਹਾਏ ਨੇ, ਇਹ ਭੁੱਲ ਕੇ ਕਿ ਲਰਨਿੰਗ ਸਟਾਈਲ ਨੂੰ ਇਗਨੋਰ ਕਰ। ਤੇ ਹੁਣ ਆਪਾਂ ਇਸ ਗੱਲ ਦੇ ਅੱਜ ਟੌਪਿਕ ਤੇ ਆ ਰਹੇ ਹਾਂ ਕਿ ਕਿਤੇ ਨਾ ਕਿਤੇ ਆ ਜਿਹੜੇ ਸਟਾਈਲਸ ਹੈਗੇ ਨੇ ਇਹਨਾਂ ਉੱਤੇ ਆ ਲਰਨਿੰਗ ਪਿਰਾਮਿਡ ਬਾਰੇ ਵੀ ਕੁਝ ਆਪਾਂ ਦੱਸਣਾ ਚਾਹਾਂਗੇ। ਸਰ ਇਹ ਬਹੁਤ ਪੁਰਾਣਾ ਜਿਹੜਾ ਪਿਕਚਰ ਹੈ ਤੁਸੀਂ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਲਿਆ ਦਿੱਤੀ ਹੈ। ਜਦੋਂ ਅਸੀਂ ਬੀਐਡ ਕਰਦੇ ਹੁੰਦੇ ਸੀਗੇ ਤੇ ਸਾਡੇ ਇੱਕ ਟੀਚਰ ਸਨ ਵਾਲੀਆ ਸਾਹਿਬ, ਜੀਐਸ ਪ੍ਰੋਫੈਸਰ ਜੀਐਸ ਵਾਲੀਆ, ਖਾਲਸਾ ਕਾਲਜ। ਠੀਕ ਹੈ ਜੀ, ਮੈਂ ਵੀ ਉੱਥੇ ਪੜ੍ਹਿਆ, ਉਹਨਾਂ ਮੈਂ ਉਹਨਾਂ ਨਾਲ ਪੜ੍ਹਾਇਆ ਵੀ ਹੈ। ਅੱਛਾ, ਉਹਨਾਂ ਕੋਲ ਪੜ੍ਹਿਆ ਵੀ ਹੈ, ਉਹਨਾਂ ਨਾਲ ਪੜ੍ਹਾਇਆ ਵੀ ਹੈ। ਔਰ ਇਹ ਸਾਨੂੰ ਉਹ ਚੀਜ਼ ਦੱਸਦੇ ਸੀ ਕਿ ਬੜੀ ਇੰਪੋਰਟੈਂਟ ਸਾਈਕੋਲੋਜੀਕਲ ਗੱਲ ਹੈ ਕਿ ਜਦੋਂ ਕੋਈ ਚੀਜ਼ ਅਸੀਂ ਸਿਰਫ ਰੀਡ ਕਰਦੇ ਹਾਂ ਨਾ, ਤੇ ਰੀਡ ਕਰਨ ਨਾਲ ਉਹਦੀ ਰਿਟੈਂਸ਼ਨ ਸਿਰਫ 10% ਹੈ। ਤੁਸੀਂ ਆਪੇ ਵੀ ਨੋਟ ਕਰੋ, ਕਈ ਵਾਰੀ ਤੁਸੀਂ ਪੜ੍ਹਦੇ ਤੀਸਰੇ ਪੇਜ ਤੇ ਪਹੁੰਚ ਜਾਂਦੇ, ਤੁਹਾਨੂੰ ਉਹ ਪਹਿਲਾਂ ਕਿ ਪੜ੍ਹਿਆ ਕੀ ਸੀ ਯਾਦ ਨਹੀਂ ਆ ਰਿਹਾ, ਯਾਨੀ ਓਨਲੀ 10% ਆਫ ਦਾ ਇਨਫੋਰਮੇਸ਼ਨ ਯੂ ਰਿਟੇਨ ਬਾਈ ਯੂਰ ਮਾਈਂਡ ਵਾਈਲ ਰੀਡਿੰਗ। ਸੈਕੰਡਲੀ ਆਡੀਓ ਵਿਜ਼ੂਅਲ, ਜਦੋਂ ਤੁਸੀਂ ਆਡੀਓ ਔਰ ਵਿਜ਼ੂਅਲ ਤੁਸੀਂ ਦੇਖਦੇ ਹੋ ਤੇ ਤੁਸੀਂ ਇਹ ਨੋਟ ਕਰੋ ਉਹਦੀ ਡਬਲ ਹੋ ਗਿਆ, 20% ਉਹਦੀ ਰਿਟੈਂਸ਼ਨ ਪਾਵਰ ਆ ਗਈ। ਇੱਕ ਬੱਚਾ ਸਿਰਫ ਪੜ੍ਹ ਰਿਹਾ, ਦੂਸਰਾ ਬੱਚਾ ਆਡੀਓ ਵੀ ਦੇਖ ਰਿਹਾ ਔਰ ਵਿਜ਼ੂਅਲ ਵੀ ਦੇਖ ਰਿਹਾ। ਠੀਕ ਹੈ। ਥਰਡ ਆ ਗਿਆ ਡਿਮੋਨਸਟ੍ਰੇਸ਼ਨ ਮੈਥਡ, ਜਿਹਨੂੰ ਅਸੀਂ ਵਰਡ ਕਰਕੇ ਦਿਖਾਇਆ, ਟੀਚਰ ਨੇ ਪ੍ਰੈਕਟੀਕਲ ਕਰਕੇ ਵਿਖਾਇਆ, ਜਿਵੇਂ ਉਹਨੇ ਤੁਸੀਂ ਲੈਬ ਦੇ ਐਗਜ਼ਾਮਪਲ ਤਾਂ ਉਹਦੇ ਡਿਮੋਨਸਟ੍ਰੇਸ਼ਨ ਨਾਲ ਉਹਦੀ ਅੰਡਰਸਟੈਂਡਿੰਗ ਲੈਵਲ ਦੈਟ ਕਮਸ ਟੂ ਦਾ 30%, ਯਾਨੀ 3 ਟਾਈਮਸ ਹੋ ਗਿਆ। ਠੀਕ ਹੈ। ਔਰ ਉਸਕੇ ਡਿਸਕਸ਼ਨ, ਅੱਛਾ ਦੈਟ ਇਜ਼ ਆਲਸੋ ਵਨ ਆਫ ਦਾ ਵੈਰੀ ਇੰਪੋਰਟੈਂਟ ਮੈਥਡ। ਜਦੋਂ ਕਲਾਸ ਵਿੱਚ ਡਿਸਕਸ਼ਨ ਕਰਦੇ ਆ ਇੱਕ ਦੂਸਰੇ ਨਾਲ ਕਿਸੇ ਟੌਪਿਕ ਨੂੰ ਲੈ ਕੇ, ਜਾਂ ਉਹ ਡਿਸਕਸ਼ਨ ਦੇ ਵਿੱਚ ਸ਼ਾਮਲ ਹੁੰਦਾ ਬੱਚਾ, ਉਹ ਲਰਨਰ, ਤੇ ਉਹਦਾ ਅੰਡਰਸਟੈਂਡਿੰਗ ਲੈਵਲ ਕਮ ਟੂ ਦਾ 50%, ਯਾਨੀ ਜੇ 100% ਗੱਲ ਹੈ ਤੇ 50% ਦਾ ਮਿਨੀਮਮ ਉਹਨੂੰ ਸਮਝ ਆ ਹੀ ਜਾਂਦੀ ਹੈ। ਪਰ ਡਿਸਕਸ਼ਨ ਆਪਾਂ ਇਗਨੋਰ ਨਹੀਂ ਕਰ ਸਕਦੇ, ਜੋ ਵੀ ਆਪਾਂ ਪੜ੍ਹਾ ਰਹੇ ਹਾਂ ਉਹਨੂੰ ਡਿਸਕਸ ਜ਼ਰੂਰ ਕਰਨਾ। ਬਿਲਕੁਲ ਡਿਸਕਸ ਕਰਨਾ, ਕਲਾਸ ਦੇ ਗਰੁੱਪ ਬਣਾ ਕੇ ਡਿਸਕਸ ਕਰਨਾ ਚਾਹੀਦਾ ਹੈ। ਔਰ ਨੈਕਸਟ ਇਜ਼ ਦਾ ਪ੍ਰੈਕਟੀਕਲ ਵੇ, ਪ੍ਰੈਕਟਿਸ ਡੂਇੰਗ, ਜਿਹਨੂੰ ਪ੍ਰੈਕਟੀਕਲ ਸਾਇੰਸ ਦਾ ਮੈਂ ਕਹਿ ਰਿਹਾ ਸੀ, ਜਾਂ ਮਤਲਬ ਹਰ ਚੀਜ਼ ਅਸੀਂ ਐਜ਼ ਏ ਕਾਮਰਸ ਵਿੱਚ ਜਿਹਨੂੰ ਪ੍ਰੈਕਟਿਸ ਕੀਤੀ ਜਾਏ, ਆਪਾਂ ਕੁਝ ਕਰਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ, ਤੇ ਉਹਦੀ ਰਿਟੈਂਸ਼ਨ ਪਾਵਰ ਦੈਟ ਕਮਸ ਟੂ 75%, ਵੈਰੀ ਹਾਈ। ਔਰ ਉਸ ਤੋਂ ਬਾਅਦ ਵੀ ਜੇ ਉਹੀ ਚੀਜ਼ ਨੂੰ ਜੀ ਅਸੀਂ ਦੂਸਰੇ ਨੂੰ ਸਮਝਾਉਂਦੇ ਆ ਜੀ, ਫॉर ਐਗਜ਼ਾਮਪਲ ਦੇਖੋ ਇਹ ਹੁੰਦਾ ਨਹੀਂ ਸਾਡੇ ਕਲਾਸਿਸ ਦੇ ਵਿੱਚ, ਲੇਕਿਨ ਜੇ ਟੀਚਰ ਪੜ੍ਹਾਵੇ ਔਰ ਬਾਅਦ ਚ ਕਹੇ ਅੱਛਾ ਬੇਟਾ ਤੂੰ ਆ ਬਲੈਕ ਬੋਰਡ ਤੇ ਔਰ ਤੂੰ ਆ ਕੇ ਬੱਚਿਆਂ ਨੂੰ ਸਮਝਾ ਜੋ ਤੂੰ ਸਮਝਿਆ,
ਠੀਕ ਹੈ ਮੈਂ 100% ਕਹਿਣਾ ਕਿ ਉਹਨਾਂ ਦਾ ਰਿਟੈਂਸ਼ਨ 90% ਉਸ ਹੋਵੇਗਾ ਟੌਪਿਕ ਦਾ ਉਸ topic ਜਿਹੜਾ ਉਹਨੇ ਪੜਾਇਆ ਯਾਨੀ ਕੀ ਹੁੰਦਾ ਇਸ ਤਰ੍ਹਾਂ that is one of the assignment ਟੀਚਰ ਨੂੰ ਦਿੱਤੀ ਜਾਵੇ ਕੱਲ ਤੇਰੀ ਵਾਰੀ ਹੈ ਅੱਜ ਕੱਲ 5 ਰੋਲ ਨੰਬਰ ਦੀ ਵਾਰੀ ਹੈ ਕੱਲ ਮੈਂ ਜੋ ਅੱਜ ਕਰਾਇਆ ਹੈ ਉਸ 10 ਮਿੰਟ ਦੀ ਉਹਦੀ ਪ੍ਰੈਜੈਂਟੇਸ਼ਨ ਦੇਗਾ in other words we can say in the modern language is the ppt ਜਾਂ presentation ਦੇਗਾ ਔਰ ਉਹਦੀ ਰਿਟੈਂਸ਼ਨ ਲੈਵਲ that is equal to the 90 ਪਰ ਇਹ ਕਿੰਨੀ ਵੱਡੀ ਗੱਲ ਹੈ। ਅੱਛਾ ਇਸ ਚੀਜ਼ ਨੂੰ ਨਾ ਮੈਂ ਇਸ ਤਰ੍ਹਾਂ ਵੀ ਸੋਚਦਾ ਹੁੰਦਾ ਆ ਕਿ ਜਦੋਂ ਨਵੇਂ ਟੀਚਰ ਆਉਂਦੇ ਹੈਗੇ ਆ ਭਾਵੇਂ ਉਹਨਾਂ ਦੀ ਕੁਆਲੀਫਿਕੇਸ਼ਨ ਬਹੁਤ ਹੁੰਦੀ ਆ, ਉਹ ਪੜ੍ਹ ਕੇ ਸਾਰਾ ਕੁਝ ਬੀਐਡ ਕਰਕੇ ਆਏ ਹੁੰਦੇ ਆ, ਪਰ ਜਦੋਂ ਪਹਿਲੇ ਦਿਨ ਕਲਾਸਰੂਮ 'ਚ ਜਾ ਕੇ ਉਸ ਟੌਪਿਕ ਨੂੰ ਪੜ੍ਹਾਉਂਦੇ ਆ ਤੇ ਆ ਕੇ ਸਭ ਤੋਂ ਪਹਿਲਾਂ ਇਹ ਕੌਨਫੀਡੈਂਸ ਫੀਲ ਕਰਦੇ ਹੈਗੇ ਆ ਕਿ ਆਹ ਟੌਪਿਕ ਜਿੰਨਾ ਅੱਜ ਮੈਨੂੰ ਸਮਝ ਆਇਆ, ਬੱਚੇ ਨੂੰ ਜੋ ਆਇਆ ਹੈਗਾ ਉਹਦੀ ਗਾਰੰਟੀ ਨਹੀਂ ਹੋ ਰਹੀ, ਮੈਨੂੰ ਜੋ ਸਮਝ ਆਇਆ ਹੈਗਾ ਇੰਨਾ ਅੱਜ ਤੱਕ ਮੈਨੂੰ ਆਇਆ ਨਹੀਂ ਸੀ 90% ਰਿਟੈਂਸ਼ਨ ਕਿਉਂਕਿ ਉਹਦੀ 90% ਹੁਣ ਆਈ ਆ। ਟੀਚ ਕਰ ਉਹ ਹਜੇ ਤੱਕ ਤੇ ਟੀਚਰ ਤੋਂ ਸੁਣ ਕੇ ਜਾਂ ਪੜ੍ਹ ਕੇ ਜਾਂ ਡਿਸਕਸ਼ਨ ਚ ਜਾਂ ਜ਼ਿਆਦਾ ਪ੍ਰੈਕਟਿਸ ਕਰਕੇ ਆਇਆ ਸੀ, ਮਗਰ ਉਹ ਜਦੋਂ ਟੀਚ ਅਦਰ ਵਾਲੇ ਫਾਰਮੂਲੇ ਚ ਆਇਆ ਤੇ ਉਸ ਟੀਚਰ ਨੂੰ ਉਹ ਟੌਪਿਕ ਜਿੰਨਾ ਸਮਝ ਆਇਆ ਤੇ ਇਸ ਕਰਕੇ ਕਈ ਵਾਰੀ ਵੇਖਦੇ ਹੁੰਦੇ ਆ ਕਿ 1 ਤੋਂ 2 ਸਾਲ ਟੀਚਰ ਨੂੰ ਲੱਗ ਜਾਂਦੇ ਉਹ ਸਬਜੈਕਟ ਨੂੰ ਪੂਰਾ ਆਤਮਸਾਤ ਕਰਨ ਵਿੱਚ ਤੇ ਉਹਨੂੰ ਸਮਝਣ ਵਿੱਚ, ਤੇ ਇਹਦੇ 'ਚ ਕੋਈ ਬੁਰਾਈ ਨਹੀਂ ਆ, ਮਗਰ ਐਜ਼ ਅ ਟੀਚਰ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਅਗਰ ਬੱਚਿਆਂ ਨੂੰ ਤੁਹਾਡੇ ਵਾਲਾ ਮੌਕਾ ਦਿੱਤਾ ਜਾਵੇ ਕਿ ਅਸੀਂ ਇੱਕ ਟੌਪਿਕ ਕਦੀ ਬੱਚੇ ਨੂੰ ਕਹੀਏ ਕਿ ਆ ਤੂੰ ਹੁਣ ਕਰਾਉਣਾ ਹੈਗਾ ਆ, ਤੂੰ ਦੱਸਣਾ ਇਹਦੇ ਬਾਰੇ 5 ਮਿੰਟ ਚਾਹੇ ਬੋਲ ਦੇਵੇ ਉਹ ਕਲਾਸ ਵਿੱਚ, ਤੇ ਕਹਿੰਦੇ ਨੇ ਕਿਤੇ ਆਪਾਂ 90% ਤੱਕ ਸਰ ਇਹਦੇ ਨਾਲ ਉਹਦਾ ਕੌਨਫੀਡੈਂਸ ਬਹੁਤ ਵਧੇਗਾ ਔਰ ਮੈਨੂੰ ਲੱਗਦਾ ਹੈ ਕਿ ਬੱਚਾ ਜੇ ਖੁਦ ਬੋਲੇਗਾ ਉਸ ਟੌਪਿਕ ਨੂੰ ਤਿਆਰ ਕਰੇਗਾ ਤੇ ਉਹਦਾ ਸੈਲਫ ਕੌਨਫੀਡੈਂਸ ਜਿਹੜਾ ਹੈ ਉਹ ਹਾਈਐਸਟ ਪੀਕ ਤੇ ਪਹੁੰਚੇਗਾ ਉਸ ਟੌਪਿਕ ਬਾਰੇ। ਬੱਚੇ ਇਕੱਲੇ ਉਹਦਾ ਨਹੀਂ, ਸਾਰੀ ਕਲਾਸ ਦਾ ਹਰ ਇੱਕ ਬੱਚਾ ਉਹ ਤੋਂ ਮੋਟੀਵੇਟ ਹੋ ਕੇ ਸਾਹਮਣੇ ਪ੍ਰੈਜੈਂਟੇਸ਼ਨ ਦੇਣਾ ਚਾਹੇਗਾ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਡਿਪਾਰਟਮੈਂਟ ਨੂੰ ਇਸ ਜਿਹੜੇ ਸਟਾਈਲ ਨੇ ਇਹਦੇ ਬਾਰੇ ਸੈਮੀਨਾਰ ਜਿਹੜੇ ਟੀਚਰ ਦੇ ਲਗਾਉਣੇ ਚਾਹੀਦੇ ਨੇ ਸੋ ਦੇ ਕੈਨ ਅੰਡਰਸਟੈਂਡ ਦ ਸਟੂਡੈਂਟਸ ਆਲਸੋ। ਬਹੁਤ ਧੰਨਵਾਦ ਸਰ। ਅਸੀਂ ਜਿਹੜੇ ਅੱਜ ਟੌਪਿਕ ਡਿਸਕਸ ਕੀਤੇ ਇਹ ਬਹੁਤ ਹੀ ਇੰਪੋਰਟੈਂਟ ਹੈਗੇ ਸੀ ਕਿਉਂਕਿ ਲਰਨਿੰਗ ਸਟਾਈਲ ਨੂੰ ਆਪਾਂ ਮਿਸ ਕਰ ਰਹੇ ਹਾਂ। ਐਜ਼ ਅ ਟੀਚਰ ਆਪਾਂ ਟੀਚਿੰਗ ਮੈਥਡ ਤੇ ਸਾਰਾ ਜ਼ੋਰ ਲਗਾ ਦਿੰਦੇ ਹੈਗੇ ਆ। ਮੈਂ ਆਪਣੇ ਆਪ ਨੂੰ ਐਕਸਲ ਕਰਦਾ ਰਹਿਣਾ ਕਿ ਮੇਰਾ ਬੈਸਟ ਵੇ ਕੀ ਹੈਗਾ, ਪਰ ਮੈਂ ਭੁੱਲ ਜਾਂਦਾ ਹੈਗਾ ਆ ਕਿ ਬੈਸਟ ਵੇ ਤੇ ਆਪਾਂ ਲੱਭਣਾ ਸੀ ਬੱਚੇ ਦਾ ਕਿ ਉਹਦਾ ਲਰਨਿੰਗ ਸਟਾਈਲ ਬੈਸਟ ਕੀ ਹੈਗਾ। ਜਿਹੜਾ ਬੱਚਾ ਜਿਸ ਤਰ੍ਹਾਂ ਸਿੱਖਣਾ ਚਾਹੁੰਦਾ ਸੀ ਮੈਨੂੰ ਉਹਨੂੰ ਸਿਖਾਉਣਾ ਸੀ ਤੇ ਅੱਜ ਬਹੁਤ ਸਾਰੀ ਕਲੈਰਿਟੀ ਹੋਈ ਤੇ ਮੈਂ ਸੋਚਦਾ ਹਾਂ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਆ ਸੁਣਨ ਵਾਲੇ ਆ ਉਹਨਾਂ ਨੂੰ ਵੀ ਇਸ ਚੀਜ਼ ਦੀ ਬਹੁਤ ਸਮਝ ਆਈ ਹੋਊਗੀ ਤੇ ਅਸੀਂ ਫਿਰ ਦੁਬਾਰਾ ਤੁਹਾਡਾ ਧੰਨਵਾਦ ਕਰਦੇ ਹੈਗੇ ਆ। ਅਸੀਂ ਰੀਅਲ ਇਨਫੋ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਸਟੂਡੀਓ ਪ੍ਰੋਵਾਈਡ ਕੀਤਾ ਤੇ ਤੁਸੀਂ ਇਸ ਤਰ੍ਹਾਂ ਹੀ ਸਾਡੇ ਕੋਲ ਆਉਂਦੇ ਰਹਿਣਾ ਤੇ ਆਪਾਂ ਨਵੇਂ ਤੋਂ ਨਵਾਂ ਟੌਪਿਕ ਜਿਹੜਾ ਹੈਗਾ ਉਹ ਡਿਸਕਸ ਕਰਦੇ ਰਹਿਣਾ। ਰਾਜਵਿੰਦਰ ਜੀ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਜੀ।